29 ਮਈ ਨੂੰ ਜਿਸ ਦਿਨ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਸੀ ਉਸੇ ਦਿਨ ਨੂੰ ਚੁਣਿਆ ਸੀ ਆਪਾਂ। ਅੱਛਾ, ਹਾਂਜੀ, ਉਸੇ ਦਿਨ ਹੀ ਪਹੁੰਚੇ ਇੱਥੇ। ਇਸ ਦਿਨ ਨੂੰ ਚੁਣਨ ਦਾ ਕੋਈ ਖਾਸ ਕਾਰਨ ਸੀ? ਮੂਸੇਵਾਲਾ ਸਾਹਿਬ ਦਾ ਜਿਹੜਾ ਕਤਲ ਹੋਇਆ ਤੇ ਉਹਨਾਂ ਦੀ ਜਿਹੜੀ ਲਿਖਤ ਹੈ ਉਹਨੇ ਸਾਡੀ ਕਿਤੇ ਨਾ ਕਿਤੇ ਜ਼ਿੰਦਗੀ ਤੇ ਬਹੁਤ ਜ਼ਿਆਦਾ ਇਫੈਕਟ ਪਾਇਆ। ਸੋ ਕਿਤੇ ਨਾ ਕਿਤੇ ਉਹ ਪ੍ਰੇਰਨਾ ਦਾ ਸਰੋਤ ਸੀ ਔਰ ਹੈ ਔਰ ਹਮੇਸ਼ਾ ਰਹੇਗਾ। ਤੇ ਮੈਂ ਇਹੀ ਚੂਜ਼ ਕੀਤਾ ਕਿ ਉਹ ਪਿੰਡ ਦੇ ਨਾਲ ਜੁੜਿਆ ਹੋਇਆ, ਹਮੇਸ਼ਾ ਹੀ ਉਹਦਾ ਸੁਪਨਾ ਸੀ ਕਿ ਮੈਂ ਪਿੰਡ ਰਹਿ ਕੇ ਕੰਮ ਕਰਨਾ ਤੇ ਮੇਰੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਸੀ ਕਿ ਮੈਂ ਵੀ ਆਪਣੇ ਪਿੰਡ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਆਪਣੇ ਜੀਆਂ ਦੇ ਨਾਲ ਬੈਠ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਕਰਨਾ। ਤੇ ਇਸ ਲਈ ਉਹ ਕਿਤੇ ਨਾ ਕਿਤੇ ਡਿਸੀਜਨ ਲੈਣ ਦੇ ਵਿੱਚ ਉਹਨੇ ਮੇਰੀ ਬੜੀ ਵੱਡੀ ਹੈਲਪ ਕੀਤੀ ਕਿ ਮੈਂ 29 ਮਈ ਨੂੰ ਟਿਕਟ ਬਣਾ ਕੇ ਆਪਣੇ ਪਿੰਡ ਵਾਪਸ ਜਾਵਾਂ। ਹੁਣ ਫਿਊਚਰ ਪਲਾਨਸ ਕੀ ਨੇ? ਇੱਥੇ ਰਹਿ ਕੇ ਕੀ ਕਰਨਾ ਹੈ? ਖੇਤੀ ਕਰਨੀ ਹੈ? ਕਿਵੇਂ ਆਪਣੀ ਲਾਈਫ ਅੱਗੇ ਬਤਾਉਣੀ ਹੈ? ਕੀ ਸੋਚਿਆ ਇੱਥੇ ਜ਼ਿੰਦਗੀ ਦੇ ਬਾਰੇ? ਖੇਤੀ ਕਰਨਾ ਚਾਹੁੰਦਾ ਵਾਂ ਆਪ ਆਪਣੇ ਹੱਥੀਂ। ਮੈਂ ਦੇਖਣਾ ਚਾਹੁੰਦਾ ਵਾਂ ਕਿ ਆਪਾਂ ਇਹਨੂੰ ਲਾਹੇਵੰਦ ਕਿਵੇਂ ਬਣਾ ਸਕਦੇ ਹਾਂ। ਹੁਣ ਸਾਡੇ ਕੋਲ ਥੋੜੀ ਬਹੁਤ ਜ਼ਮੀਨ ਹੈਗੀ ਹੈ, ਥੋੜੀ ਬਹੁਤ ਹੋਰ ਵੀ ਆਪਾਂ ਕੋਸ਼ਿਸ਼ ਕਰਾਂਗੇ ਖਰੀਦਣ ਦੀ, ਹੈ ਨਾ। ਤੇ ਮੈਂ ਆਪ ਖੇਤੀ ਕਰਨ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਫੈਮਿਲੀ ਨਾਲ ਜਾ ਕੇ ਉੱਥੇ ਸਿਰਫ ਸਰਵਾਈਵ ਕਰਨਾ ਹੈ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਉੱਥੇ ਰਹਿਣ ਦਾ ਕੋਈ ਜ਼ਿਆਦਾ ਤੁਹਾਨੂੰ ਫਾਇਦਾ। ਸੈਟੀਸਫਾਈਡ ਹੋ ਹੁਣ? ਹਾਂਜੀ, ਮੈਂ ਸੈਟੀਸਫਾਈਡ ਹਾਂ। ਸੰਤੁਸ਼ਟੀ ਮਿਲ ਗਈ ਇੱਥੇ? ਸੰਤੁਸ਼ਟੀ ਮਿਲ ਗਈ, ਬਿਲਕੁਲ। 2 ਦਿਨ ਹੋ ਗਏ, ਪੂਰਾ ਨਜ਼ਾਰੇ ਨਾਲ ਨੀਂਦ ਪੂਰੀ ਆਈ ਤੇ ਹੁਣ ਆਪਣੇ ਕੰਮਕਾਰ ਸ਼ੁਰੂ ਕਰਾਂਗੇ ਜੋ ਵੀ ਅੱਗੇ ਦੇ ਨੇ ਤੇ ਥੋੜਾ ਬਹੁਤਾ ਸੈੱਟ ਕਰਕੇ ਮਾਹੌਲ ਫਿਰ ਨਾਰਮਲ ਲਾਈਫ। 3-4 ਮਹੀਨੇ ਪਹਿਲਾਂ ਨਾ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਆਇਆ ਸੀ ਤੇ ਅਸੀਂ ਸਾਰੇ ਬਾਹਰ ਹੀ ਸੀਗੇ ਤੇ ਉਹ ਇਕੱਲੇ ਸੀ ਇੱਥੇ। ਤੇ ਭਾਈ ਸਾਹਿਬ ਹੁਣੀ ਗਏ ਸੀ ਸਪੇਨ ਘੁੰਮਣ ਤੇ ਫਿਰ ਉਹਨਾਂ ਨੂੰ ਉਧਰੋਂ ਐਮਰਜੈਂਸੀ ਟਿਕਟ ਲੈ ਕੇ ਘਰੇ ਆਉਣਾ ਪਿਆ ਰਾਤੋਂ ਰਾਤ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਈ ਟ੍ਰਿਗਰ ਕਰਦੀਆਂ ਤੁਹਾਡੇ ਮਾਈਂਡ ਦੇ ਵਿੱਚ ਕਿ ਕੱਲ ਨੂੰ ਕੁਝ ਹੋ ਜਾਂਦਾ ਫਿਰ ਤੁਸੀਂ ਹੱਥ ਤੇ ਹੱਥ ਧਰ ਕੇ ਬੈਠਣ ਦਾ ਕੋਈ ਫਾਇਦਾ ਨਹੀਂ। ਤੇ ਮੈਂ ਕਿਹਾ ਭਾਜੀ ਹੈ ਤਾਂ ਆਪਾਂ ਇੱਥੇ ਸੌਖੇ ਹਾਂ, ਬਹੁਤ ਪੈਸਾ ਕਮਾਉਂਦੇ ਸੀ, 4-5 ਸਾਲ ਠੋਕ ਕੇ ਲਾ ਲਈਏ ਤੇ ਮੈਨੂੰ ਲੱਗਦਾ ਬੈਂਕਾਂ 'ਚ ਦੁਬਾਰਾ ਵੇਖਣ ਦੀ ਲੋੜ, ਕੰਮ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ, ਹੈ ਨਾ। ਪਰ ਕਿਤੇ ਨਾ ਕਿਤੇ ਮੇਰਾ ਮਨ ਖੁਸ਼ ਨਹੀਂ ਹੈਗਾ। ਕਿਤੇ ਨਾ ਕਿਤੇ ਰਾਤ ਨੂੰ ਜੇ ਜਾਗ ਖੁੱਲਦੀ ਹੈ ਤਾਂ ਤੁਸੀਂ ਪਿੰਡ ਬੈਠੇ ਹੁੰਦੇ ਹੋ, ਜੇ ਕਿਤੇ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਤੁਹਾਡਾ ਧਿਆਨ ਪਿੱਛੇ, ਜੇ ਕੰਮ ਤੇ ਹੁੰਦੇ ਹੋ ਤਾਂ ਪਿੰਡ ਦੀਆਂ ਖਬਰਾਂ। ਤੇ ਮੈਂ ਕੰਮ ਤੇ ਵੀ ਦੱਸਿਆ, ਉਹ ਮੈਨੂੰ ਕਹਿੰਦੇ ਯਾਰ ਤੂੰ ਮੂਰਖ ਹੋ ਗਿਆ, ਜਨਤਾ 40-40 ਲੱਖ ਲਾ ਕੇ ਜਾਂਦੀ ਵੀ ਪੇਪਰ ਲੈਂਦੀ, ਪੇਪਰ ਨਹੀਂ ਹੈਗੇ ਲੋਕਾਂ ਦੇ, ਇੰਗਲੈਂਡ ਦੇ ਤੇਰੇ ਕੋਲ ਪੇਪਰ ਨੇ, ਤੂੰ ਕਿਉਂ ਛੱਡ ਕੇ ਚੱਲਿਆ? ਤੇ ਮਤਲਬ ਮੈਨੂੰ ਜ਼ੀਰੋ ਰਿਸਪੌਂਸ ਮਿਲਿਆ ਇਸ ਚੀਜ਼ ਲਈ ਕਿ ਕਿਸੇ ਨੇ, ਮੈਨੂੰ ਲੱਗਦਾ ਨਹੀਂ ਕਿਸੇ ਬੰਦੇ ਨੇ ਵੀ ਕਿਹਾ ਹੋਵੇ ਕਿ ਹਾਂ ਬਾਈ ਜਾ ਤੂੰ, ਕੋਈ ਨਾ। ਜੇ ਆਪਾਂ ਉਧਰ ਦੇ ਰੇਟ ਦੇ, ਉਧਰ ਦੇ ਕਰੰਸੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਾਨੂੰ 150 ਪਾਉਂਡ ਤੁਹਾਨੂੰ ਐਵਰੇਜ ਮਿਲ ਹੀ ਜਾਂਦਾ, ਐਵਰੇਜ 150 ਪਾਉਂਡ ਮਿਲ ਹੀ ਜਾਂਦਾ ਪਰ ਡੇ ਦੇ ਹਿਸਾਬ ਨਾਲ। ਤੇ ਹੁਣ ਜੇ ਤੁਸੀਂ ਇੱਧਰ ਦੇ ਹਿਸਾਬ ਨਾਲ ਕੈਲਕੂਲੇਟ ਕਰ ਲਓ ਤਾਂ 15,000 ਰੁਪਏ ਬਣ ਜਾਂਦਾ। ਬ੍ਰਦਰ ਤੁਹਾਡੇ ਉੱਥੇ ਸੀਗੇ, ਇੱਕ ਤਰੀਕੇ ਨਾਲ ਫੈਮਿਲੀ ਸਾਰੀ ਉੱਥੇ ਸੀ, ਵਧੀਆ ਤੁਸੀਂ ਪੈਸੇ ਕਮਾ ਰਹੇ ਸੀਗੇ, ਫਿਰ ਸੈਟੀਸਫੈਕਸ਼ਨ ਕਿਉਂ ਨਹੀਂ ਮਿਲੀ? ਪਤਾ ਨਹੀਂ, ਸ਼ੁਰੂ ਤੋਂ ਮੇਰੇ ਅੰਦਰ ਕੀੜਾ ਵੜਿਆ ਹੋਇਆ ਕਿ ਮੈਂ ਪਿੰਡ ਰਹਿਣਾ, ਆਪਣੇ ਇੱਥੇ ਪੰਜਾਬ 'ਚ ਰਹਿਣਾ। ਇਹ ਕਿਤੇ ਨਾ ਕਿਤੇ ਗਰਾਰੀ ਅੜੀ ਹੋਈ ਸੀ ਜਿਹੜਾ ਮੈਂ ਲੇਟ ਪਹੁੰਚਿਆ। ਤੇ ਸਾਡੇ ਇਲਾਕੇ ਦੇ ਵਿੱਚ ਇੰਨਾ ਜ਼ਿਆਦਾ ਬਾਹਰ ਦਾ ਪ੍ਰਭਾਵ ਹੈ, ਜਦੋਂ ਵੀ ਬੱਚਾ ਇੱਥੇ ਜੰਮਦਾ ਨਾ ਤੇ ਮੈਨੂੰ ਲੱਗਦਾ ਉਦੋਂ ਤੋਂ ਹੀ ਉਹਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਕਿ ਇਹਨੇ ਬਾਹਰ ਜਾਣਾ। ਤੇ ਸਾਡੇ ਵੀ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪ੍ਰਭਾਵ ਰਿਹਾ, ਜਿਵੇਂ ਸਾਡੇ ਨਾਨਕਾ ਪਰਿਵਾਰ ਹੋ ਗਿਆ, ਦੇਖੀ ਵੀ ਬਹੁਤ ਹੈਗੀ, ਦੇਖੀ ਬਹੁਤ ਹੈ। ਅੰਦਰੋਂ ਹੀ ਬੱਚੇ ਨੂੰ ਗੁੜਤੀ ਇਦਾਂ ਦਿੱਤੀ ਜਾਂਦੀ ਕਿ ਹਾਂ ਤੂੰ ਬਾਹਰ ਹੀ ਜਾਣਾ, ਸ਼ਾਇਦ ਤੇਰੇ ਲਈ ਬਾਹਰ ਹੀ ਬਣਿਆ ਹੋਇਆ, ਅਮਰੀਕਾ, ਕੈਨੇਡਾ, ਇੰਗਲੈਂਡ। ਬਹੁਤ ਜ਼ਿਆਦਾ ਮੁੰਡੇ ਕੁੜੀਆਂ ਮਤਲਬ ਇਕੱਠੇ ਆਪਾਂ ਆਪਣੇ ਨਾਲ ਜਵਾਨ ਹੁੰਦੇ ਦੇਖੇ ਨੇ ਜੀ। ਤੇ ਹੁਣ ਪਿੰਡ ਆਨੇ ਆ ਤੇ ਕੋਈ ਵੀ ਬੰਦਾ ਨਹੀਂ ਲੱਭਦਾ। ਔਰ ਦੁੱਖ ਦੀ ਗੱਲ ਇਹ ਹੋ ਗਈ ਕਿ ਸਾਡੇ ਏਡੀ ਵੱਡੀਆਂ ਕੋਠੀਆਂ ਨੂੰ ਏਡੇ ਵੱਡੇ ਤਾਲੇ ਲੱਗੇ ਹੋਏ ਨੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਅੱਜ ਦੇ ਮੌਜੂਦਾ ਦੌਰ ਦੇ ਵਿੱਚ ਜਿੱਥੇ ਅਸੀਂ ਪ੍ਰਵਾਸ ਦੀ ਬਹੁਤ ਚਰਚਾ ਕਰ ਰਹੇ ਹਾਂ, ਜਿੱਥੇ ਪੰਜਾਬ ਦੇ ਵਿੱਚੋਂ ਬਹੁਤੇ ਨੌਜਵਾਨ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ, ਉੱਥੇ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ, ਤਾਂ ਉੱਥੇ ਹੀ ਪੰਜਾਬ ਦੇ ਵਿੱਚ ਹੁਣ ਰਿਵਰਸ ਮਾਈਗ੍ਰੇਸ਼ਨ ਦੀ ਵੀ ਚਰਚਾ ਹੋਣ ਲੱਗ ਗਈ ਹੈ। ਬਹੁਤ ਸਾਰੇ ਨੌਜਵਾਨ ਅਜਿਹੇ ਵੀ ਨੇ ਜਿਹੜੇ ਆਪਣੀਆਂ ਜੜ੍ਹਾਂ ਦੇ ਨਾਲ ਇੱਕ ਵਾਰ ਫੇਰ ਮੁੜ ਤੋਂ ਆ ਕੇ ਜੁੜਨਾ ਚਾਹੁੰਦੇ ਨੇ। ਔਰ ਅੱਜ ਦੇ ਇਸ ਗੱਲਬਾਤ ਦੇ ਵਿੱਚ ਤੁਹਾਡੀ ਮੁਲਾਕਾਤ ਜਿਨ੍ਹਾਂ ਨਾਲ ਅਸੀਂ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਾ ਲਿੱਤਾ ਹੈ ਰਿਵਰਸ ਮਾਈਗ੍ਰੇਸ਼ਨ ਦਾ।
ਉਹ ਵੀ ਆਪਣੀ ਜੜ੍ਹਾਂ ਨੂੰ ਵਾਪਸ ਮੁੜੇ ਨੇ। ਕੀ ਕਾਰਨ ਰਿਹਾ ਕਿ ਕਿਉਂ ਉਹਨਾਂ ਦੇ ਵੱਲੋਂ ਰਿਵਰਸ ਮਾਈਗ੍ਰੇਸ਼ਨ ਨੂੰ ਚੁਣਿਆ ਗਿਆ, ਯਾਨੀ ਕਿ ਕਿਉਂ ਪੰਜਾਬ ਵਾਪਸੀ ਕੀਤੀ ਹੈ? ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਾਈ ਸੁਖਜਿੰਦਰ ਸਿੰਘ ਹੋਣੀ ਮੌਜੂਦ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਵਧੀਆ ਬਾਈ, ਚੜ੍ਹਦੀ ਕਲਾ ਜੀ। ਕਦੋਂ ਪਹੁੰਚੇ ਪੰਜਾਬ? ਪੰਜਾਬ ਅਸੀਂ ਬਾਈ 2 ਦਿਨ ਪਹਿਲਾਂ ਹੀ ਪਹੁੰਚੇ, 29 ਮਈ ਨੂੰ, ਜਿਸ ਦਿਨ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਸੀ। ਉਸੇ ਦਿਨ ਨੂੰ ਚੁਣਿਆ ਸੀ ਆਪਾਂ। ਅੱਛਾ, ਹਾਂਜੀ, ਉਸੇ ਦਿਨ ਹੀ ਪਹੁੰਚੇ ਇੱਥੇ। ਇਸ ਦਿਨ ਨੂੰ ਚੁਣਨ ਦਾ ਕੋਈ ਖਾਸ ਕਾਰਨ ਸੀ? ਇਸ ਦਿਨ ਨੂੰ ਚੁਣਨ ਦਾ ਬਾਈ ਜੀ ਖਾਸ ਕਾਰਨ ਬਹੁਤ ਵੱਡਾ ਇਹੀ ਹੈ ਕਿ ਜਿਹੜਾ ਮੂਸੇਵਾਲ ਸਾਹਿਬ ਦਾ ਜਿਹੜਾ ਕਤਲ ਹੋਇਆ ਤੇ ਉਹਨਾਂ ਦੀ ਜਿਹੜੀ ਲਿਖਤ ਹੈ, ਉਹਨੇ ਸਾਡੀ ਕਿਤੇ ਨਾ ਕਿਤੇ ਜ਼ਿੰਦਗੀ ਤੇ ਬਹੁਤ ਜ਼ਿਆਦਾ ਇਫੈਕਟ ਪਾਇਆ। ਤੇ ਉਹ ਜਾਣੇ ਅਣਜਾਣੇ ਦੇ ਵਿੱਚ ਕਿਤੇ ਨਾ ਕਿਤੇ ਉਹਨੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਬਣਿਆ ਹਮੇਸ਼ਾ ਹੀ। ਕਿ ਚਾਹੇ ਉਹ ਪੰਥਕ ਗੱਲ ਹੋਵੇ, ਚਾਹੇ ਉਹ ਪੰਜਾਬ ਨਾਲ ਜੁੜਨ ਦੀ ਗੱਲ ਹੋਵੇ, ਚਾਹੇ ਆਪਣੇ ਪੋਲੀਟੀਕਲ ਮੁੱਦੇ ਹੋਣ, ਚਾਹੇ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ ਮਸਲਾ ਹੈ, ਕਿਤੇ ਨਾ ਕਿਤੇ ਆਪਾਂ ਨੌਜਵਾਨ ਹੋਣ ਦੇ ਨਾਤੇ ਆਪਾਂ ਗਾਇਕੀ ਨੂੰ ਪਸੰਦ ਕਰਦੇ ਹਾਂ, ਹਨਾ। ਤੇ ਜ਼ਿਆਦਾ ਆਪਣੇ ਕੋਲ ਸਿੰਗਰ ਨਹੀਂ ਹੈਗੇ ਇਸ ਲਾਈਨ ਦੇ। ਤੇ ਉਹਦੇ ਨਾਲ ਜਦੋਂ ਉਹਨਾਂ ਨੂੰ ਕਤਲ ਕੀਤਾ ਗਿਆ ਤਾਂ ਆਪਾਂ ਐਤਵਾਰ ਦਾ ਮੇਰੇ ਖਿਆਲ ਦਿਨ ਸੀ ਉਸ ਦਿਨ। ਜੀ ਬਿਲਕੁਲ। ਤੇ ਮੈਂ ਤੇ ਮੇਰੇ ਵੱਡੇ ਭਾਜੀ ਹੁਣੇ ਆਪਾਂ ਘਰੇ ਬੈਠੇ ਸੀ। ਉਹ ਤੁਸੀਂ ਇੰਗਲੈਂਡ ਸੀ? ਹਾਂਜੀ, ਇੰਗਲੈਂਡ। ਹਾਂਜੀ। ਤੇ ਮਤਲਬ ਸਾਡੇ ਤੋਂ ਰਿਹਾ ਨਹੀਂ ਗਿਆ। 2-3 ਦਿਨ ਤਾਂ ਆਪਾਂ ਸ਼ੌਕ ਦੇ ਵਿੱਚ ਸੀ ਕਿ ਯਾਰ ਇਹ ਕੀ ਭਾਣਾ ਵਰਤ ਗਿਆ, ਹਨਾ। ਜਿਹੜੇ ਬੰਦੇ ਤੋਂ ਆਪਾਂ ਨੂੰ ਉਮੀਦਾਂ ਸੀ, ਆਪਾਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਕਿਤੇ ਨਾ ਕਿਤੇ ਉਹਨਾਂ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਵੇਖਦੇ ਸੀ ਕਿ ਜਿਸ ਤਰ੍ਹਾਂ ਦੀ ਬੰਦੇ ਦੀ ਸੋਚ ਸੀ, ਕੈਨੇਡਾ ਛੱਡ ਕੇ ਆਇਆ, ਹਨਾ, ਏਡੀ ਤਗੜੀ ਲਿਖਤ ਬੰਦੇ ਦੀ, ਫਿਰ ਆ ਕੇ ਪਿੰਡ ਆ ਕੇ ਹਵੇਲੀ ਖੜੀ ਕੀਤੀ, 40-50 ਕਿੱਲੇ ਜ਼ਮੀਨ ਬਣਾਈ, ਹਨਾ। ਫਿਰ ਉੱਪਰੋਂ ਇੰਨਾ ਵੱਡਾ ਨਾਮ ਉਸ ਬੰਦੇ ਦਾ ਤੇ ਰੁਤਬਾ, ਫਿਰ ਆ ਕੇ ਸਿਆਸਤ ਜੁਆਇਨ ਕੀਤੀ। ਸੋ ਥੋੜੇ ਜਿਹੇ ਸਮੇਂ ਵਿੱਚ ਬਹੁਤ ਵੱਡੀਆਂ ਉਪਲਬਧੀਆਂ। ਔਰ ਇਹ ਆਮ ਵਰਤਾਰੇ ਨਹੀਂ ਹੁੰਦੇ, ਤੁਸੀਂ ਵੀ ਦੇਖਦੇ ਹੋ ਦੁਨੀਆ, ਇਹ ਆਮ ਚੀਜ਼ਾਂ ਨਹੀਂ ਹੁੰਦੀਆਂ। ਸੋ ਕਿਤੇ ਨਾ ਕਿਤੇ ਉਹ ਪ੍ਰੇਰਨਾ ਦਾ ਸਰੋਤ ਸੀ ਔਰ ਹੈ, ਔਰ ਹਮੇਸ਼ਾ ਰਹੇਗਾ। ਤੇ ਮੈਂ ਇਹੀ ਚੂਜ਼ ਕੀਤਾ ਕਿ ਉਹ ਪਿੰਡ ਦੇ ਨਾਲ ਜੁੜਿਆ ਹੋਇਆ। ਹਮੇਸ਼ਾ ਹੀ ਉਹਦਾ ਸੁਪਨਾ ਸੀ ਕਿ ਮੈਂ ਪਿੰਡ ਰਹਿ ਕੇ ਕੰਮ ਕਰਨਾ। ਤੇ ਮੇਰੇ ਵੀ ਮਨ ਦੇ ਵਿੱਚ ਕਿਤੇ ਨਾ ਕਿਤੇ ਸੀ ਕਿ ਮੈਂ ਵੀ ਆਪਣੇ ਪਿੰਡ ਰਹਿ ਕੇ, ਆਪਣੇ ਪਰਿਵਾਰ ਦੇ ਨਾਲ ਰਹਿ ਕੇ, ਆਪਣੇ ਜੀਆਂ ਦੇ ਨਾਲ ਬੈਠ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਕਰਨਾ। ਤੇ ਇਸ ਲਈ ਉਹ ਕਿਤੇ ਨਾ ਕਿਤੇ ਡਿਸੀਜਨ ਲੈਣ ਦੇ ਵਿੱਚ ਉਹਨੇ ਮੇਰੀ ਬੜੀ ਵੱਡੀ ਹੈਲਪ ਕੀਤੀ ਕਿ ਮੈਂ 29 ਮਈ ਨੂੰ ਟਿਕਟ ਬਣਾ ਕੇ ਆਪਣੇ ਪਿੰਡ ਵਾਪਸ ਜਾਵਾਂ। ਸੁਖਜਿੰਦਰ ਭਾਈ, ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ, ਤੁਹਾਡੀ ਜ਼ਿੰਦਗੀ ਬਾਰੇ ਜਾਣਨਾ ਚਾਹੂੰਗਾ। ਕਿਵੇਂ ਬਾਹਰ ਜਾਣ ਦਾ ਸਬਬ ਬਣਦਾ ਹੈ? ਇੱਥੇ ਪੰਜਾਬ ਦੇ ਵਿੱਚ ਕਿਹੜੀ ਸਿੱਖਿਆ ਤੁਹਾਡੇ ਕੋਲੋਂ ਪ੍ਰਾਪਤ ਕੀਤੀ ਜਾਂਦੀ ਹੈ, ਔਰ ਕਿਵੇਂ, ਕਿਸ ਬੇਸ ਦੇ ਉੱਤੇ ਤੁਸੀਂ ਬਾਹਰ ਜਾਂਦੇ ਹੋ, ਔਰ ਉੱਥੇ ਕਿਵੇਂ ਜ਼ਿੰਦਗੀ ਤੁਹਾਡੀ ਚੱਲ ਰਹੀ ਸੀ? ਬਾਈ ਜੀ, ਜੇ ਆਪਾਂ ਬਾਹਰ ਜਾਣ ਦੀ ਗੱਲ ਕਰੀਏ ਤਾਂ ਖਾਸ ਕਰਕੇ ਤੁਸੀਂ ਜਾਣਦੇ ਹੋ ਦੁਆਬੇ ਦੇ ਵਿੱਚ ਜਿਹੜੀ ਆਪਣੀ ਬੈਲਟ ਹੈ, ਦਸੂਆ, ਟਾਂਡਾ, ਬੇਗੋਵਾਲ, ਇਹ ਸਭ ਤੋਂ ਜ਼ਿਆਦਾ ਐਡਵਾਂਸ ਦੇ ਵਿੱਚ, ਮਤਲਬ ਇਹ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਗਏ ਹੋਏ ਨੇ ਬਾਹਰ। ਬਿਲਕੁਲ। ਤੇ ਸਾਡੇ ਇਲਾਕੇ ਦੇ ਵਿੱਚ ਇੰਨਾ ਜ਼ਿਆਦਾ ਬਾਹਰ ਦਾ ਪ੍ਰਭਾਵ ਹੈ। ਜਦੋਂ ਵੀ ਬੱਚਾ ਇੱਥੇ ਜੰਮਦਾ ਹੈ ਨਾ, ਤੇ ਮੈਨੂੰ ਲੱਗਦਾ ਉਦੋਂ ਤੋਂ ਹੀ ਉਹਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਕਿ ਇਹਨੇ ਬਾਹਰ ਜਾਣਾ। ਤੇ ਸਾਡੇ ਵੀ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪ੍ਰਭਾਵ ਰਿਹਾ। ਜਿਵੇਂ ਸਾਡੇ ਨਾਨਕਾ ਪਰਿਵਾਰ ਹੋ ਗਿਆ, ਦੇਖੀ ਵੀ ਬਹੁਤ ਹੈਗੀ, ਦੇਖਾ ਦੇਖੀ ਬਹੁਤ ਆ। ਸੋ ਆਪਾਂ ਨੂੰ ਇੱਥੇ ਕੋਈ ਜ਼ਿਆਦਾ ਹੈ ਨਹੀਂ, ਮਤਲਬ ਕੋਈ ਮੋਟੀਵੇਟ ਕਰਨ ਵਾਲਾ ਜਾਂ ਕੋਈ ਆਪਣੇ ਲਈ ਐਗਜ਼ਾਮਪਲ ਸੈੱਟ ਕੀਤੀ ਹੋਵੇ ਕਿਸੇ ਨੇ ਕਿ ਤੁਸੀਂ ਇੱਥੇ ਰਹਿ ਕੇ ਕਾਰੋਬਾਰ ਵੱਡਾ ਕਰ ਸਕਦੇ ਹੋ, ਕੁਛ ਵੀ। ਤੇ ਉਹੋ ਜਿਹੀ ਚੀਜ਼ ਹੈ ਨਹੀਂ ਇੱਥੇ। ਜਮਾਂਦਰੂ ਹੀ ਬੱਚੇ ਨੂੰ ਗੁੜਤੀ ਇੱਦਾਂ ਦਿੱਤੀ ਜਾਂਦੀ ਕਿ ਹਾਂ ਤੂੰ ਬਾਹਰ ਹੀ ਜਾਣਾ, ਸ਼ਾਇਦ ਤੇਰੇ ਲਈ ਬਾਹਰ ਹੀ ਬਣਿਆ ਹੋਇਆ, ਅਮਰੀਕਾ, ਕੈਨੇਡਾ, ਇੰਗਲੈਂਡ। ਆਪਣਾ ਤੁਸੀਂ ਸਾਰਾ ਪਿੰਡ ਤੁਹਾਨੂੰ ਵਿਖਾਵਾਂਗੇ ਬਾਅਦ ਵਿੱਚ, ਸਾਰਾ ਪਿੰਡ ਹੀ ਆਪਣਾ ਅਮਰੀਕਾ, ਇੰਗਲੈਂਡ, ਕੈਨੇਡਾ ਜਾਂ ਯੂਰਪ। ਤੇ ਇੱਥੇ ਹੈ ਹੀ ਨਹੀਂ। ਤੇ ਨੰਬਰ 2 ਤੇ ਮੇਰੇ ਦੋਨੋਂ ਬ੍ਰਦਰ ਉਹ ਬਾਹਰ ਹੀ ਨੇ। ਪਹਿਲਾਂ ਮੇਰੇ ਚਾਚਾ ਜੀ ਦਾ ਲੜਕਾ ਉਹ ਵੀ ਬਾਹਰ ਹੀ ਹੈ, ਬਾਕੀ ਹੋਰ ਵੀ ਸਾਰੇ ਰਿਸ਼ਤੇਦਾਰੀ 'ਚ ਬਾਹਰ। ਰੀਅਲ ਬ੍ਰਦਰ? ਹਾਂਜੀ, ਦੋਨੇ ਰੀਅਲ, ਉਹ ਵੀ ਬਾਹਰ ਨੇ। ਤੇ ਮੈਨੂੰ ਥੋੜਾ ਜਿਹਾ ਸ਼ੁਰੂ ਤੋਂ ਸੀ ਕਿ ਮੈਂ ਪੁਲਿਸ ਫੋਰਸਿਸ ਜੁਆਇਨ ਕਰਨੀ ਹੈ। ਜਿਵੇਂ ਮੈਂ ਪਹਿਲਾਂ 3-4 ਸਾਲ ਪ੍ਰੈਪਰੇਸ਼ਨ ਕੀਤੀ ਸਿਵਲ ਸਰਵਿਸਿਜ਼ ਦੀ। ਭਾਈ ਸਾਹਿਬ ਉਹਨਾਂ ਨੇ ਹਮੇਸ਼ਾ ਹੀ ਕਹਿੰਦੇ ਰਹਿਣਾ, ਘਰਦਿਆਂ ਨੇ ਵੀ, ਕਿ ਤੂੰ ਆਪਣਾ ਇੱਥੇ ਰਹਿ ਕੇ ਪੜ੍ਹਾਈ ਕਰ, ਬਾਹਰ ਕੁਛ ਨਹੀਂ ਪਿਆ, ਹਨਾ। ਮੈਂ ਵੀ ਥੋੜਾ ਜਿਹਾ, ਮੈਨੂੰ ਵੀ ਸੀ ਕਿਤੇ ਨਾ ਕਿਤੇ ਕਿ ਹਾਂ ਆਪਾਂ ਇੱਥੇ ਰਹਿ ਕੰਮ ਕਰ ਸਕਦੇ ਹਾਂ, ਕਿਉਂਕਿ ਮੈਂ ਮੋਹਾਲੀ ਪੜ੍ਹਿਆ ਤੇ ਉੱਥੇ ਥੋੜਾ ਸਰਕਲ ਸੀ, ਆਪਣੇ ਪੜ੍ਹਾਈ ਦਾ ਪ੍ਰਭਾਵ ਹੈਗਾ ਉਹਨਾਂ ਏਰੀਆ ਦੇ ਵਿੱਚ। ਪੰਜਾਬ ਯੂਨੀਵਰਸਿਟੀ 'ਚ ਪੜ੍ਹਿਆ ਮੈਂ। ਤੇ ਪਰ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਆਖਿਰਕਾਰ ਮੈਂ ਵੀ ਪੱਟਿਆ ਗਿਆ ਉਸੇ ਚੀਜ਼ ਦੇ ਲਈ ਕਿ ਮੈਂ ਵੀ ਬਾਹਰ ਜਾ ਕੇ ਜ਼ਿਆਦਾ ਕਮਾਈ ਕਰਾਂ, ਮੈਂ ਵੀ 4-5 ਲੱਖ ਰੁਪਏ ਕਮਾਵਾਂ ਮਹੀਨੇ ਦਾ। ਸਟੱਡੀਜ਼ ਕਿਹਦੇ ਵਿੱਚ ਕੀਤੀਆਂ ਤੁਸੀਂ? ਮੈਂ MBA ਕੀਤੀ ਹੋਈ। ਹਾਂਜੀ, MBA ਕੀਤੀ, ਹਾਂਜੀ, ਮੋਹਾਲੀ ਤੋਂ। ਉਸ ਤੋਂ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ ਸੀ ਪੰਜਾਬ ਯੂਨੀਵਰਸਿਟੀ ਤੋਂ, ਹਾਂਜੀ, ਚੰਡੀਗੜ੍ਹ ਤੋਂ, ਕੈਂਪਸ ਤੇ। ਤਾਂ MBA ਕਰਨ ਤੋਂ ਬਾਅਦ ਇੱਥੇ ਸਬਬ ਨਹੀਂ ਬਣਿਆ ਕੋਈ ਉਵੇਂ ਦੀ ਜਿਹੜੀ ਨੌਕਰੀ ਚਾਹੁੰਦੇ ਸੀਗੇ ਜਿਸ ਤਰੀਕੇ ਮੈਨੂੰ ਮਿਲੀ ਸੀ? ਹਾਂਜੀ, ਮੈਨੂੰ ਮੇਰੀ ਕੈਂਪਸ ਪਲੇਸਮੈਂਟ ਹੋਈ ਸੀ, ਵਧੀਆ ਨੌਕਰੀ ਸੀ ਮੇਰੀ। ICICI ਬੈਂਕ 'ਚ ਕੈਂਪਸ ਪਲੇਸਮੈਂਟ ਹੋਈ ਸੀ। ਤੇ ਉਸ ਤੋਂ ਬਾਅਦ ਮੈਂ ਉਹਨੂੰ ਚੂਜ਼ ਨਹੀਂ ਕੀਤਾ ਕਿਉਂਕਿ ਉਸ ਟਾਈਮ ਮੈਂ ਪ੍ਰੈਪਰੇਸ਼ਨ ਕਰ ਰਿਹਾ ਸਿਵਲ ਸਰਵਿਸਿਜ਼ ਦੀ। ਤੇ ਮੈਂ 5 ਅਟੈਂਪਟਸ ਦਿੱਤੀਆਂ ਦੀਆਂ ਸਿਵਲ ਸਰਵਿਸਿਜ਼ ਦੀਆਂ, ਬੈਕ ਟੂ ਬੈਕ।
ਤੇ ਪਰ ਕਿਤੇ ਨਾ ਕਿਤੇ ਜਿਵੇਂ ਸਕੂਲਿੰਗ 'ਚ ਕਮਜ਼ੋਰੀ ਕਹਿ ਲਓ ਜਾਂ ਮੇਰੀ ਮਿਹਨਤ ਵਿੱਚ ਕਮੀ ਕਹਿ ਲਓ, ਮੈਨੂੰ ਉਹ 'ਚ ਸਕਸੈਸ ਨਹੀਂ ਮਿਲੀ। ਤੇ ਫਿਰ ਉਸ ਤੋਂ ਬਾਅਦ ਆਪਣਾ ਥੋੜ੍ਹਾ ਬਹੁਤਾ ਕੰਮਕਾਰ ਵੀ ਵਧੀਆ ਸ਼ੁਰੂ ਕੀਤਾ ਮੋਹਾਲੀ, ਉਹ ਵੀ ਸੋਹਣਾ ਚੱਲਦਾ ਪਿਆ। ਤੇ ਉਹ ਕਿਸ ਚੀਜ਼ ਦੇ ਵਿੱਚ? ਉਹ ਆਪਣਾ IT ਦੇ ਵਿੱਚ। IT ਦੇ ਵਿੱਚ, ਹਾਂਜੀ, ਠੀਕ ਹੈ। ਤੇ ਉਹ ਵੀ ਮੇਰਾ ਆਪਣਾ ਇੱਕ ਭਰਾ ਹੈ, ਉਹਦੇ ਨਾਲ ਆਪਾਂ ਮਿਲ ਕੇ ਦੋਨੇ ਕੰਮ ਕਰਦੇ ਹਾਂ। ਠੀਕ ਹੈ। ਤੇ ਉਹਨੇ ਵੀ ਮੈਨੂੰ ਬੜੀ ਹੱਲਾਸ਼ੇਰੀ ਦਿੱਤੀ ਤੇ ਪਰ ਫਿਰ ਵੀ ਤੁਹਾਨੂੰ ਦੱਸਿਆ ਕਿ ਇੱਥੇ ਜਮਾਂਦਰੂ ਜਦੋਂ ਜਿਹੜੀ ਚੀਜ਼ ਦੀ ਗੁੜਤੀ ਮਿਲੀ ਹੋਵੇ ਤੁਹਾਨੂੰ, ਹਨਾ, ਉਹ ਫਿਰ ਬੰਦਾ ਕੀੜਾ ਇੱਕ ਵਾਰੀ ਕੱਢ ਕੇ ਮੁੜਦਾ। ਤੇ ਮੇਰੇ ਵੀ ਮਨ ਸੀ ਕਿ ਮੇਰੇ ਦੋਨੋਂ ਬ੍ਰਦਰ ਬਾਹਰ ਨੇ, ਬਾਕੀ ਸਾਡੇ ਹੋਰ ਵੀ ਫੈਮਿਲੀ ਮੈਂਬਰ ਬਾਹਰ ਨੇ, ਤੇ ਮੈਨੂੰ ਫਿਰ ਥੋੜਾ ਬਹੁਤਾ ਹੋਰ ਉਧਰੋਂ ਵੀ ਕਿਹਾ। ਕਿਹੜੇ ਸਾਲ ਦੇ ਵਿੱਚ ਤੁਸੀਂ ਮੂਵ ਹੋ ਗਏ ਸੀ ਬਾਹਰ? ਕਿਹੜੇ ਮੈਂ 2021 ਦੇ ਵਿੱਚ, ਆਈ ਥਿੰਕ, ਹਾਂ 21 ਦੇ ਵਿੱਚ ਚਲਾ ਗਿਆ ਸੀ। 2021 ਚਲੇ ਗਏ ਸੀਗੇ? ਹਾਂਜੀ, ਜਨਵਰੀ 2021 ਦੇ ਵਿੱਚ। ਜਦੋਂ 21 ਦੇ ਵਿੱਚ ਤੁਸੀਂ 2021 ਦੇ ਵਿੱਚ ਜਨਵਰੀ ਦੇ ਵਿੱਚ UK ਪਹੁੰਚਦੇ ਹੋ, ਕਿਹੜੇ ਖੁਆਬ ਲੈ ਕੇ ਉੱਥੇ ਪਹੁੰਚੇ ਸੀਗੇ? ਕੀ ਸੋਚਿਆ ਸੀ ਜ਼ਿੰਦਗੀ ਕਿਹੋ ਜਿਹੀ ਹੋਊਗੀ, ਔਰ ਵਾਕਈ ਹਕੀਕਤ ਕੀ ਹੈ ਉੱਥੇ? ਜ਼ਿੰਦਗੀ ਕਿਵੇਂ ਦੀ ਹੈ, ਕਿਵੇਂ ਉੱਥੇ, ਕਿਵੇਂ, ਕਿਉਂਕਿ ਤੁਹਾਡਾ ਤਾਂ ਬ੍ਰਦਰ ਹੈ, ਇਹਦਾ ਤੁਹਾਨੂੰ ਪ੍ਰਿਵਿਲੇਜ ਇੱਕ ਮਿਲ ਗਈ ਉੱਥੇ, ਹੈ ਨਾ, ਬਹੁਤ ਵੱਡੀ ਪ੍ਰਿਵਿਲੇਜ, ਤੁਹਾਨੂੰ ਬਾਂਹ ਤੁਹਾਡੀ ਕੋਈ ਫੜਨ ਵਾਲਾ ਸੀਗਾ। ਅਦਰਵਾਈਜ਼ ਜਿਹੜੇ ਕੋਈ ਹੋਰ ਮੁੰਡੇ ਹੁੰਦੇ ਨੇ ਜਿਨ੍ਹਾਂ ਦੇ ਕੋਈ ਉੱਥੇ ਨਹੀਂ ਹੁੰਦਾ ਰਿਸ਼ਤੇਦਾਰ, ਉਹਨਾਂ ਵਾਸਤੇ ਇੱਕ ਸਟਰਗਲ ਭਰੀ ਜ਼ਿੰਦਗੀ ਹੁੰਦੀ ਹੈ। ਪਰ ਤੁਹਾਡੀ ਉੱਥੇ ਜ਼ਿੰਦਗੀ ਕਿਵੇਂ ਰਹੀ? ਕੀ ਖੁਆਬ ਸੀ ਤੁਹਾਡੇ ਉੱਥੇ ਪਹੁੰਚਣ ਦੇ ਉੱਤੇ? ਜਦੋਂ ਬਾਈ ਜੀ ਮੈਂ 2021 ਦੇ ਵਿੱਚ ਗਿਆ ਤਾਂ ਮੇਰੇ ਵੱਡੇ ਬ੍ਰਦਰ ਕੰਸਟਰਕਸ਼ਨ ਦੇ ਵਿੱਚ, ਉਹ ਤੁਸੀਂ ਮਾਹਿਰ ਹੀ ਕਹਿ ਲਓ, ਮੈਂ ਤਾਂ ਉਹਨਾਂ ਨੂੰ ਮਾਹਿਰ ਹੀ ਕਹਿੰਦਾ। ਮੈਂ ਉਹਨਾਂ ਵਰਗਾ ਕੋਈ ਐਜੂਕੇਟ ਬੰਦਾ ਨਹੀਂ ਦੇਖਿਆ ਕੰਸਟਰਕਸ਼ਨ ਦੇ ਵਿੱਚ। ਮੈਂ ਕੰਸਟਰਕਸ਼ਨ 'ਚ 2.5 ਸਾਲ ਕੰਮ ਵੀ ਕੀਤਾ, ਔਰ ਚੰਗੀ ਪੋਜੀਸ਼ਨ ਤੇ ਕੰਮ ਕੀਤਾ, ਪਰ ਉਹਨਾਂ ਵਰਗਾ ਮੈਂ ਬੰਦਾ ਨਹੀਂ ਵੇਖਿਆ ਮਾਹਿਰ, ਹਨਾ। ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ। ਜਿਹੜਾ ਕੰਮ ਉੱਥੇ ਆਪਣੇ ਮੁੰਡੇ ਨੇ ਜਿਹੜੇ ਪੰਜਾਬੀ, ਹਨਾ, ਉਹ 10-15 ਸਾਲਾਂ 'ਚ ਨਹੀਂ ਕਰ ਸਕਦੇ, ਉਹਨਾਂ ਨੇ ਮੈਨੂੰ, ਕਿਉਂਕਿ ਥੋੜ੍ਹੀ ਬਹੁਤ ਆਪਣੇ ਕੋਲ ਬੇਸਿਕ ਐਜੂਕੇਸ਼ਨ ਸੀ, ਥੋੜ੍ਹਾ ਬਹੁਤ ਆਪਣੇ ਕੋਲ ਐਕਸਪੀਰੀਅੰਸ ਸੀ, ਤੇ ਉਹਨਾਂ ਨੇ ਕਿਤੇ ਨਾ ਕਿਤੇ ਮੈਚ ਕਰਵਾ ਕੇ ਮੈਨੂੰ ਵਧੀਆ ਕੁਆਲੀਫਿਕੇਸ਼ਨ ਕਰਵਾ ਕੇ ਉਹਦੇ ਲਈ ਐਡਜਸਟ ਕਰ ਦਿੱਤਾ ਜੀ। ਤੇ ਖੁਆਬ ਤਾਂ ਆਪਣੇ ਇਹੀ ਸੀ ਕਿ ਆਪਾਂ ਤਿੰਨੇ ਭਰਾ ਇਕੱਠੇ ਰਹੀਏ ਉੱਥੇ, ਹਨਾ। ਤੇ ਪਰ ਉਹਦੇ ਨਾਲ ਸਾਡੇ ਪੇਰੈਂਟਸ ਸੀਗੇ ਇੱਥੇ, ਕਿਉਂਕਿ ਇਹ ਪਹਿਲਾਂ ਗਏ ਸੀ 2004 ਦੇ ਵਿੱਚ ਗਏ ਸੀ ਇੰਗਲੈਂਡ। ਉਦੋਂ ਇਹਨਾਂ ਨੇ ਅਸਾਈਲਮ ਅਪਲਾਈ ਕੀਤਾ ਸੀ ਉੱਥੇ ਜਾ ਕੇ, ਉਹ ਵਾਪਸ ਆ ਗਏ ਉਸ ਤੋਂ ਬਾਅਦ। ਤੇ ਸਾਨੂੰ ਇਹ ਸੀ ਕਿ ਆਪਾਂ ਤਿੰਨੋਂ ਭਰਾ ਇਕੱਠੇ ਰਹੀਏ, ਚਲੋ ਪੇਰੈਂਟਸ ਨੂੰ ਵੀ ਇੱਥੇ ਬੁਲਾ ਲਾਂਗੇ। ਤੇ ਪਰ ਉਹ ਜਿਹੜੀ ਚੀਜ਼ ਸੀ ਤਿੰਨਾਂ ਦੇ ਇਕੱਠੇ ਰਹਿਣ ਵਾਲੀ, ਉਹ ਤਾਂ ਚਲੋ ਪੂਰੀ ਹੋ ਗਈ। ਜਿਹੜਾ ਮੇਰਾ ਇੱਕ ਸੁਪਨਾ ਸੀਗਾ ਕਿ ਆਪਾਂ ਤਿੰਨੋਂ ਭਰਾ ਇਕੱਠੇ ਰਹੀਏ ਜੀ, ਤੇ ਪਰ ਪੇਰੈਂਟਸ ਇੱਥੇ ਰਹਿ ਗਏ, ਘਰ ਇੱਥੇ ਰਹਿ ਗਿਆ, ਥੋੜਾ ਬਹੁਤਾ ਜ਼ਮੀਨ ਭਾਂਡਾ ਵੀ ਹੈਗਾ, ਉਹ ਸਾਰੀਆਂ ਚੀਜ਼ਾਂ ਫਿਰ ਕਿਤੇ ਨਾ ਕਿਤੇ ਫਿਕਰ ਫਾਕਾ ਸਾਰਾ ਉਹ ਨਾਲ ਹੀ ਤੁਰਦਾ ਰਿਹਾ ਜੀ। ਕੰਮ ਦੇ ਨਾਲ ਕੰਮ ਚੰਗਾ ਮਿਲਿਆ, ਉਹਦੇ ਨਾਲ ਇਹ ਵੀ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਨਾਲ ਰਹੀਆਂ ਮੇਰੇ। ਪੇਰੈਂਟਸ ਦੀ ਜਿਹੜੀ ਖਿੱਚ ਸੀਗੀ ਉਹ ਸਤਾਉਂਦੀ ਰਹੀ ਬਿਲਕੁਲ। ਹਾਂਜੀ, ਹਾਂ। ਤੇ ਬਾਕੀ ਆਪਣੇ ਉੱਥੇ ਜਿਹੜਾ ਸਿਸਟਮ ਹੈ ਮੇਰੇ ਲਈ ਹਮੇਸ਼ਾ ਸੁਖਾਲਾ ਹੀ ਰਿਹਾ ਉੱਥੇ ਸਿਸਟਮ। ਮੈਂ ਤੁਹਾਨੂੰ ਉਹੀ ਕਹੀ ਜਾਵਾਂ ਕਿ ਮੈਂ ਕੋਈ ਬਹੁਤ ਜ਼ਿਆਦਾ ਤੰਗੀ ਕੱਟੀ, ਕਿਉਂਕਿ ਮੈਨੂੰ ਜਾਂਦਿਆਂ ਹੀ ਘਰ ਮਿਲਿਆ, ਜਾਂਦਿਆਂ ਹੀ ਕੰਮ ਮਿਲਿਆ, ਜਾਂਦੇ ਹੀ ਫੈਮਿਲੀ ਮਿਲੀ, ਕਦੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ। ਪਰ ਕੰਮ ਤੇ ਜਾਣਾ, ਡਿਊਟੀ ਤੇ ਜਾਣਾ, ਤੁਹਾਨੂੰ ਪਤਾ ਹੀ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਿਤੇ ਨਾ ਕਿਤੇ ਇਹ ਲੱਗਦਾ ਕਿ ਜੇ ਆਪਾਂ 14 ਘੰਟੇ ਬਾਹਰਲੀ ਧਰਤੀ ਤੇ ਜ਼ਮੀਨ ਤੇ ਕੰਮ ਕਰਦੇ ਹਾਂ, ਇਹੀ ਆਪਾਂ ਆਪਣੇ ਪਿੰਡ ਜਾ ਕਰੀਏ ਤੇ ਕਿਤੇ ਨਾ ਕਿਤੇ ਆਪਾਂ ਕਿਸੇ ਲਈ ਹੋਰ ਵੀ ਆਪਾਂ ਇੰਸਪਾਇਰ, ਕਿਸੇ ਹੋਰ ਨੂੰ ਵੀ ਇੰਸਪਾਇਰ ਕਰ ਸਕਦੇ ਹਾਂ। ਹਾਲਾਂਕਿ ਉੱਥੇ ਤੁਹਾਡਾ ਫੈਮਿਲੀ ਬਿਜ਼ਨਸ ਹੀ ਸੀਗਾ, ਹਾਂਜੀ, ਪਰ ਫਿਰ ਵੀ ਤੁਹਾਨੂੰ ਪੇ ਤਾਂ ਮਿਲਦੀ ਹੋਣੀ ਹੈ। ਬਿਲਕੁਲ। ਤੁਸੀਂ ਪੈਸੇ ਕਮਾਉਂਦੇ ਹੋ, ਉਸਦੇ ਤੁਹਾਨੂੰ ਤੁਹਾਡੀ ਮਿਹਨਤ ਦਾ ਮੁੱਲ ਪੈਂਦਾ ਹੋਊਗਾ। ਤਾਂ ਕਿੰਨਾ ਕੁ ਪੈਸਾ ਤੁਸੀਂ ਉਦੋਂ ਕਮਾ ਲੈਂਦੇ ਸੀਗੇ ਜਦੋਂ ਇਨੀਸ਼ੀਅਲੀ ਤੁਸੀਂ ਗਏ, ਔਰ ਕਿੰਨੀ ਕੁ ਤੁਹਾਡੇ ਵੱਲੋਂ ਜਿਹੜੀ ਹੈਗੀ ਆ ਉਹ ਸੈਲਰੀ ਤੁਹਾਡੀ ਹੁੰਦੀ ਸੀ ਉਦੋਂ? ਮੇਰੀ ਬਾਈ ਜੀ ਇਨੀਸ਼ੀਅਲੀ ਸੈਲਰੀ ਸੀਗੀ ਉਦੋਂ, ਉੱਥੇ ਤੁਸੀਂ ਕੋਈ ਵੀ ਬੰਦਾ, ਜਦੋਂ ਚਾਹੇ ਮੈਂ ਹੀ ਹਾਂ ਚਾਹੇ ਕੋਈ ਹੋਰ ਹੈ, ਜਦੋਂ ਤੁਸੀਂ ਕੰਸਟਰਕਸ਼ਨ 'ਚ ਕੰਮ ਕਰਦੇ ਹੋ ਤਾਂ ਤੁਹਾਨੂੰ, ਜੇ ਆਪਾਂ ਉਧਰ ਦੇ ਰੇਟ ਦੇ, ਉਧਰ ਦੇ ਕਰੰਸੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਾਨੂੰ 150 ਪਾਉਂਡ ਤੁਹਾਨੂੰ ਐਵਰੇਜ ਮਿਲ ਹੀ ਜਾਂਦਾ, ਐਵਰੇਜ 150 ਪਾਉਂਡ ਮਿਲ ਹੀ ਜਾਂਦਾ ਪਰ ਡੇ ਦੇ ਹਿਸਾਬ ਨਾਲ। ਤੇ ਹੁਣ ਜੇ ਤੁਸੀਂ ਇੱਧਰ ਦੇ ਹਿਸਾਬ ਨਾਲ ਕੈਲਕੂਲੇਟ ਕਰ ਲਓ ਤਾਂ 15,000 ਰੁਪਏ ਬਣ ਜਾਂਦਾ। 15,000 ਇੱਕ ਦਿਨ ਦਾ ਹੋ ਗਿਆ, ਹਨਾ। ਤੇ ਜੇ ਤੁਸੀਂ ਥੋੜਾ ਬਹੁਤਾ ਹੋਰ ਆਪਣੇ ਤੇ ਕੰਮ ਕਰਦੇ ਹੋ, ਆਪਣੇ ਆਪ ਨੂੰ ਪਾਲਿਸ਼ ਕਰਦੇ ਹੋ, ਤੇ ਤੁਸੀਂ ਚਾਹੇ 400 ਲੈ ਲਓ, 500 ਲੈ ਲਓ, ਤੁਹਾਡੀ ਹਿੰਮਤ ਹੈ, ਉਹ ਤੁਹਾਡੀ ਹਿੰਮਤ ਹੈ। ਮਤਲਬ ਆਰਾਮ ਨਾਲ ਬੰਦਾ 8-9 ਲੱਖ ਰੁਪਇਆ ਈਜ਼ੀਲੀ ਬੰਦਾ ਕਮਾ ਸਕਦਾ। ਹਾਂਜੀ, ਕਮਾ ਸਕਦਾ। ਇੰਗਲੈਂਡ ਦੇ ਵਿੱਚ ਜੇ ਬੰਦਾ ਕੋਈ ਵਧੀਆ ਪੜ੍ਹਿਆ ਲਿਖਿਆ, ਸਿਰ ਸੁੱਟ ਕੇ ਕੰਮ ਕਰਦਾ ਪਿਆ ਤਾਂ ਉਹ ਕਰ ਸਕਦਾ ਇੰਨਾ। ਬਟ ਕੀ ਸੈਟਿਸਫੈਕਸ਼ਨ ਨਹੀਂ ਸੀਗੀ ਇਸ ਤਮਾਮ ਚੀਜ਼ਾਂ ਕਰਨ ਦੇ ਬਾਵਜੂਦ? ਬ੍ਰਦਰ ਤੁਹਾਡੇ ਉੱਥੇ ਸੀਗੇ, ਇੱਕ ਤਰੀਕੇ ਨਾਲ ਫੈਮਿਲੀ ਸਾਰੀ ਉੱਥੇ ਸੀ, ਵਧੀਆ ਤੁਸੀਂ ਪੈਸੇ ਕਮਾ ਰਹੇ ਸੀਗੇ, ਫਿਰ ਸੈਟਿਸਫੈਕਸ਼ਨ ਕਿਉਂ ਨਹੀਂ ਮਿਲੀ? ਉਹੀ ਦੱਸਿਆ, ਪਤਾ ਨਹੀਂ ਮੇਰੇ ਅੰਦਰ ਹੀ, ਪਤਾ ਨਹੀਂ ਸ਼ੁਰੂ ਤੋਂ ਮੇਰੇ ਅੰਦਰ ਕੀੜਾ ਵੜਿਆ ਹੋਇਆ ਕਿ ਮੈਂ ਪਿੰਡ ਰਹਿਣਾ, ਆਪਣੇ ਇੱਥੇ ਪੰਜਾਬ 'ਚ ਰਹਿਣਾ। ਇਹ ਕਿਤੇ ਨਾ ਕਿਤੇ ਗਰਾਰੀ ਅੜੀ ਹੋਈ ਸੀ, ਜਿਹੜਾ ਮੈਂ ਲੇਟ ਪਹੁੰਚਿਆ। ਕਿਉਂਕਿ ਨਹੀਂ ਤਾਂ ਮੇਰੇ ਨਾਲ ਦੇ, ਮੈਨੂੰ ਲੱਗਦਾ ਮੇਰਾ ਛੋਟਾ ਬ੍ਰਦਰ ਉਹ ਮੇਰੇ ਤੋਂ 7-8 ਸਾਲ ਪਹਿਲਾਂ ਦਾ ਉੱਥੇ ਪਹੁੰਚ ਗਿਆ, ਹਨਾ। ਮੇਰਾ ਵੱਡਾ ਬ੍ਰਦਰ ਉਹ 15 ਸਾਲ ਪਹਿਲਾਂ ਪਹੁੰਚ ਗਿਆ ਉੱਥੇ। ਤੇ ਮੇਰੇ ਅੰਦਰ ਕਿਤੇ ਨਾ ਕਿਤੇ ਚੀਜ਼ ਫਸੀ ਹੋਈ ਸੀ ਕਿ ਨਹੀਂ, ਮੈਂ ਪੰਜਾਬ ਰਹਿਣਾ। ਪਰ ਉਹ
ਜਿਹੜਾ ਉਹ ਥੋੜੇ ਟਾਈਮ ਲਈ ਕਹਿ ਲਓ ਕਿ ਥੋੜਾ ਘਟਿਆ ਸਿਸਟਮ, ਫਿਰ ਮੈਂ ਚਲਾ ਗਿਆ ਤੇ ਪਰ ਫਿਰ ਉਸ ਚੀਜ਼ ਲਈ ਮੈਨੂੰ ਥੋੜਾ ਜਿਹਾ ਫਿਰ ਆਪਣੇ ਆਪ ਨੂੰ ਹੋਇਆ ਕਿ ਜੇ ਅੱਜ ਨਾ ਡਿਸੀਜਨ ਲਿਆ ਤੇ ਸ਼ਾਇਦ ਕਦੇ ਵੀ ਨਾ ਲੈ ਪਾਈਏ, ਕਿਉਂਕਿ ਉੱਥੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮੂਮੈਂਟ ਸੀਗਾ ਅਜਿਹਾ ਕਿ ਉਸਨੇ ਟ੍ਰਿਗਰ ਕੀਤਾ ਹੋਵੇ ਕਿ ਹਾਂ ਅੱਜ ਤਾਂ ਟਿਕਟ ਬੁੱਕ ਕਰ ਹੀ ਦਿੰਦੇ ਆ, ਦੇਖੀ ਜਾਊਗੀ ਜੋ ਹੁੰਦਾ ਹੋਇਆ ਹੋ ਜਾਊਗਾ, ਅੱਜ ਟਿਕਟ ਬੁੱਕ ਕਰ ਹੀ ਦੇਣੀ ਹੈ। ਹਾਂਜੀ ਭਾਜੀ ਇਹ ਸੀਗਾ ਕਿਉਂਕਿ ਆਪਾਂ ਨਾ ਮੈਂ ਤੇ ਮੇਰਾ ਵੱਡੇ ਭਾਈ ਸਾਹਿਬ ਆਪਾਂ ਰਨਿੰਗ ਕਰਨ ਜਾਂਦੇ ਸੀ ਛੁੱਟੀ ਵਾਲੇ ਦਿਨ ਜਾਂ ਕਦੀ ਵੀ ਟਾਈਮ ਮਿਲਦਾ ਸੀ, ਤੇ ਇਹਨਾਂ ਨੂੰ ਮੈਂ ਇੱਕ ਦਿਨ ਰੋਕ ਕੇ ਪੁੱਛਿਆ, ਮੈਂ ਕਿਹਾ ਭਾਜੀ ਮੈਂ ਨਾ ਇੱਥੇ ਆਪਾਂ ਹੈ ਤਾਂ ਬਹੁਤ ਸੌਖੇ ਆ, ਇਹ 'ਚ ਕੋਈ ਸ਼ੱਕ ਨਹੀਂ, ਅਸਲ 'ਚ ਆਪਾਂ ਥੋੜੇ ਜਿਹੇ ਇਮੋਸ਼ਨਲ ਵੀ ਆ, ਕਿਉਂਕਿ ਪਤਾ ਨਹੀਂ ਪੰਜਾਬ ਪ੍ਰਤੀ ਜਾਂ ਕੀ ਇਹ ਚੀਜ਼ ਦਾ ਸਾਨੂੰ ਵੀ ਨਹੀਂ ਅੱਜ ਤੱਕ ਪਤਾ ਲੱਗਾ ਕਿ ਕਿਹੜਾ ਸਾਡੇ ਅੰਦਰ ਸੈੱਲ ਪੈ ਗਿਆ ਐਸਾ ਜਿਹੜਾ ਇਮੋਸ਼ਨਸ ਦੇ ਬੇਸ ਤੇ ਆਪਾਂ ਡਿਸੀਜਨ ਲੈਂਦੇ ਆ। ਤੇ ਮੈਂ ਕਿਹਾ ਭਾਜੀ ਹੈ ਤਾਂ ਆਪਾਂ ਇੱਥੇ ਸੌਖੇ ਆ, ਬਹੁਤ ਪੈਸਾ ਕਮਾਉਂਦੇ ਸੀ, 4-5 ਸਾਲ ਠੋਕ ਕੇ ਲਾ ਲਈਏ ਤੇ ਮੈਨੂੰ ਲੱਗਦਾ ਬੈਂਕਾਂ 'ਚ ਦੁਬਾਰਾ ਵੇਖਣ ਦੀ ਕੰਮ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ, ਹਨਾ। ਪਰ ਕਿਤੇ ਨਾ ਕਿਤੇ ਮੇਰਾ ਮਨ ਖੁਸ਼ ਨਹੀਂ ਹੈਗਾ, ਕਿਤੇ ਨਾ ਕਿਤੇ ਰਾਤ ਨੂੰ ਜੇ ਜਾਗ ਖੁੱਲਦੀ ਹੈ ਤਾਂ ਤੁਸੀਂ ਪਿੰਡ ਬੈਠੇ ਹੁੰਦੇ ਹੋ, ਜੇ ਕਿਤੇ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਤੁਹਾਡਾ ਧਿਆਨ ਪਿੱਛੇ, ਜੇ ਕੰਮ ਤੇ ਹੁੰਦੇ ਹੋ ਤਾਂ ਪਿੰਡ ਦੀਆਂ ਖਬਰਾਂ ਆਪਣੇ ਪੰਜਾਬ ਦੀਆਂ, ਇਹ ਹੋ ਗਿਆ ਉਹ ਹੋ ਗਿਆ ਸਿਆਸਤ ਦੇ ਵਿੱਚ। ਤੇ ਫਾਈਨਲੀ ਆਪਾਂ ਬੈਠੇ ਸੀ, ਉਦਣ ਵੀ ਮੇਰੇ ਖਿਆਲ ਐਤਵਾਰ ਹੀ ਸੀ, ਤੇ ਮੈਂ ਭਾਜੀ ਉਹਨਾਂ ਨਾਲ ਬੈਠਾ ਸੀ ਘਰੇ, ਤੇ ਮੈਂ ਇਹਨਾਂ ਨਾਲ ਸਲਾਹ ਕੀਤੀ, ਮੈਂ ਕਿਹਾ ਭਾਜੀ ਜਾਣਾ ਤੇ ਮੈਂ ਹੈਗਾ ਹੀ, ਮੈਂ ਜਿਹੜਾ ਅਗਲਾ 5 ਸਾਲ ਵਾਲਾ ਵੀਜ਼ੇ ਵਾਲਾ ਚੱਕਰ ਹੈ ਉਹ ਗੇਟ 'ਚ ਨਹੀਂ ਪੈਣਾ, ਕਿਉਂਕਿ ਜੇ ਤੁਸੀਂ ਉਸ ਗੇਟ 'ਚ ਪੈ ਗਏ, ਕਿਉਂਕਿ ਮੇਰੀ ਡਾਟਰ ਉੱਥੇ ਜਾ ਕੇ ਬੋਰਨ ਹੋਈ ਸੀ, ਤੇ ਉਹ ਉੱਥੇ ਲਾਜ਼ਮੀ ਹੈ ਕਿ ਜੇ 5 ਸਾਲ ਤੁਸੀਂ ਰਹਿ ਜਾਂਦੇ ਹੋ ਬਰਥ ਤੋਂ ਬਾਅਦ ਤੇ ਤੁਹਾਨੂੰ ਇੰਡੈਫੀਨਿਟ ਸਟੇ ਮਿਲ ਜਾਂਦੀ ਉੱਥੇ ਇੰਗਲੈਂਡ ਦੇ ਵਿੱਚ, ਅਦਰਵਾਈਜ਼ ਉੱਥੇ ਪੇਪਰ ਮਿਲਣ ਦੇ ਬਹੁਤ ਚਾਂਸ ਘੱਟ ਨੇ, ਅਦਰਵਾਈਜ਼ ਕੋਈ ਚਾਂਸ ਨਹੀਂ। ਤੇ ਮੈਂ ਕਿਹਾ ਜੇ ਮੈਂ ਇੱਥੇ 5 ਸਾਲ ਵਾਲੇ ਗੇਟ 'ਚ ਪੈ ਗਿਆ ਤੇ ਮੇਰੇ ਤੋਂ ਫਿਰ ਨਹੀਂ ਪੈਰ ਪੁੱਟੇ ਜਾਣੇ, ਕਿਉਂਕਿ ਆਪਾਂ ਪੈਸਾ ਵੀ ਜ਼ਿਆਦਾ ਖਰਚ ਲੈਣਾ ਉਸ ਸਾਰੇ ਸਿਸਟਮ ਤੇ ਮੇਰਾ ਮਨ ਵੀ ਇਸ ਟਾਈਮ ਪੂਰਾ ਹੈ ਕਿ ਮੈਂ ਆਪਣੇ ਘਰ ਜਾ ਕੇ, ਕਿਉਂਕਿ ਜੇ ਮੈਂ ਇੱਥੇ ਆਪਣੀ ਰੋਟੀ ਪਾਣੀ ਵਧੀਆ ਖਾ ਸਕਦਾ ਵਾਂ ਤੇ ਮੈਨੂੰ ਲੱਗਦਾ ਪਿੰਡ ਵੀ ਆਪਾਂ ਨੂੰ ਕੋਈ ਕਮੀ ਨਹੀਂ ਹੈਗੀ ਜੀ, ਤੇ ਆਹੀ 4-5 ਸਾਲ ਨੇ ਆਪਣੇ ਘਰਦਿਆਂ ਨਾਲ ਰਹਿਣ ਦੇ ਤੇ ਆਪਾਂ ਨੂੰ ਪਿੰਡ ਜਾਣਾ ਚਾਹੀਦਾ। ਤੇ ਨੰਬਰ 2 ਤੇ ਜਿਵੇਂ 3-4 ਮਹੀਨੇ ਪਹਿਲਾਂ ਨਾ ਮੇਰੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਆਇਆ ਸੀ, ਤੇ ਅਸੀਂ ਸਾਰੇ ਬਾਹਰ ਹੀ ਸੀਗੇ ਤੇ ਉਹ ਇਕੱਲੇ ਸੀ ਇੱਥੇ, ਤੇ ਭਾਈ ਸਾਹਿਬ ਹੁਣੀ ਗਏ ਸੀ ਸਪੇਨ ਘੁੰਮਣ, ਤੇ ਫਿਰ ਉਹਨਾਂ ਨੂੰ ਉੱਧਰੋਂ ਐਮਰਜੈਂਸੀ ਟਿਕਟ ਲੈ ਕੇ ਘਰੇ ਆਉਣਾ ਪਿਆ ਰਾਤੋਂ ਰਾਤ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਈ ਟ੍ਰਿਗਰ ਕਰਦੀਆਂ ਤੁਹਾਡੇ ਮਾਈਂਡ ਦੇ ਵਿੱਚ ਕਿ ਕੱਲ ਨੂੰ ਕੁਝ ਹੋ ਜਾਂਦਾ ਫਿਰ ਤੁਸੀਂ ਹੱਥ ਤੇ ਹੱਥ ਧਰ ਕੇ ਬੈਠਣ ਦਾ ਕੋਈ ਫਾਇਦਾ ਨਹੀਂ। ਬਿਲਕੁਲ। ਤੇ ਇਹ ਚੀਜ਼ਾਂ ਸੀ। ਤੀਸਰੀ ਚੀਜ਼ ਭਾਜੀ, ਇੱਕ ਨਾ ਜਿਵੇਂ ਸਾਡਾ ਪਿੰਡ ਏ, ਆਪਾਂ ਇੱਥੇ ਜੰਮੇ ਪਲੇ ਆ, ਤੇ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਮੁੰਡੇ ਕੁੜੀਆਂ ਮਤਲਬ ਇਕੱਠੇ ਆਪਾਂ ਆਪਣੇ ਨਾਲ ਜਵਾਨ ਹੁੰਦੇ ਦੇਖੇ ਨੇ ਜੀ। ਤੇ ਹੁਣ ਪਿੰਡ ਆਨੇ ਆ ਤੇ ਕੋਈ ਵੀ ਬੰਦਾ ਨਹੀਂ ਲੱਭਦਾ। ਔਰ ਦੁੱਖ ਦੀ ਗੱਲ ਇਹ ਹੋ ਗਈ ਕਿ ਸਾਡੇ ਏਡੀ ਵੱਡੀਆਂ ਕੋਠੀਆਂ ਨੂੰ ਏਡੇ ਵੱਡੇ ਤਾਲੇ ਲੱਗੇ ਹੋਏ ਨੇ। ਹੁਣ ਮੈਂ ਤੁਹਾਨੂੰ ਪਿੰਡ ਦਾ ਗੇੜਾ ਮਰਾਵਾਂਗਾ, ਜਾਂ ਉੱਥੇ ਸਾਡੇ ਤੁਹਾਡੇ ਨਾਲ ਦੇ ਇੱਧਰ ਘਰ ਨੂੰ ਵੀ ਤਾਲਾ ਲੱਗਿਆ ਹੋਇਆ। ਹਾਂਜੀ, ਜਾਂ ਸਾਡੇ ਇੱਥੇ ਬਜ਼ੁਰਗ ਰਹਿੰਦੇ ਨੇ, ਤਕਰੀਬਨ ਉਹ ਵੀ ਬਾਹਰ ਚਲੇ ਗਏ ਨੇ, ਤੇ ਜਾਂ ਫਿਰ ਤਾਲੇ ਲੱਗੇ ਹੋਏ ਨੇ। ਤੇ ਚੌਥੀ ਚੀਜ਼ ਭਾਜੀ, ਸਾਡੇ ਆਪਣੇ ਖਾਸ ਕਰਕੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜਾਂ ਆਪਣੇ ਇਲਾਕੇ ਦੀ ਗੱਲ ਕਰਾਂ ਜੀ, ਸਾਡੇ ਇੱਥੇ ਪ੍ਰਵਾਸੀ ਬਹੁਤ ਜ਼ਿਆਦਾ ਆ ਕੇ ਵਸ ਗਏ ਨੇ। ਸਾਨੂੰ ਉਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ, ਆਪਾਂ ਵੀ ਪ੍ਰਵਾਸੀ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਤੋਂ, ਉਹ ਸਾਡੇ ਵਰਗੇ ਭੈਣ ਭਰਾ ਹੀ ਨੇ, ਹਨਾ। ਪਰ ਗੱਲ ਇਹ ਹੋ ਗਈ ਕਿ ਕਿਤੇ ਨਾ ਕਿਤੇ ਜਿਹੜੀ ਪਛਾਣ ਹੈ ਸਾਡੀ, ਜਾਂ ਜਿਹੜੀ ਸਾਡੀ ਭਾਸ਼ਾ ਹੈ, ਜਿਹਦੇ ਲਈ ਆਪਾਂ ਜਿਉਂਦੇ ਮਰਦੇ ਸਾਰਾ ਕੁਛ ਹੀ ਹੈ, ਹਨਾ। ਜਦੋਂ ਤੁਹਾਡੀ ਭਾਸ਼ਾ ਦੀ ਗੱਲ ਆਉਂਦੀ, ਤੁਹਾਡੇ ਰਿਲੀਜਨ ਦੀ ਗੱਲ ਆਉਂਦੀ, ਤੁਹਾਡੇ ਇਹਨਾਂ ਚੀਜ਼ਾਂ ਦੀ ਗੱਲਾਂ ਬਾਤਾਂ ਆਉਂਦੀਆਂ, ਫਿਰ ਤੁਹਾਨੂੰ ਹਰ ਚੀਜ਼ ਪਿੱਛੇ ਰੱਖਣੀ ਪੈਂਦੀ। ਪੈਸਾ ਚਾਹੇ ਤੁਸੀਂ 15 ਲੱਖ ਦੇ ਮਹੀਨੇ ਦਾ ਕਮਾਉਂਦੇ ਹੋ, ਫਿਰ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਛੋਟੀਆਂ ਲੱਗਦੀਆਂ। ਤੇ ਹੁਣ ਸਾਡੇ ਪਿੰਡ ਦੇ ਵਿੱਚ 70 ਤੋਂ 80 ਘਰ ਨੇ ਜਿਹੜੇ ਪ੍ਰਵਾਸੀਆਂ ਦੇ, 350 ਘਰ ਟੋਟਲ ਹੈ। ਤੋ ਇਹ ਕਿਤੇ ਨਾ ਕਿਤੇ ਮਨ ਨੂੰ ਝੰਜੋੜ ਦਿੰਦੀਆਂ ਇਹ ਗੱਲਾਂ ਕਿ ਯਾਰ ਜੇ ਆਪਾਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਆਪਾਂ ਨਹੀਂ ਇਹ ਡਿਸੀਜਨ ਲੈ ਸਕਦੇ, ਤੇ ਜਿਹੜੇ ਸਾਡੇ ਨਾਲ ਦੇ ਆਂਢ ਗੁਆਂਢ ਦੇ ਵਿੱਚ ਵਸਦੇ ਲੋਕ ਨੇ ਉਹਨਾਂ ਨੇ ਕਿੱਥੋਂ ਲੈ ਲੈਣਾ। ਬਿਲਕੁਲ, ਹਨਾ। ਹੁਣ ਮੈਨੂੰ ਇਹ ਕਿ ਚਲੋ ਆਪਾਂ ਕਿਸੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਨਾ ਜਾਓ, ਬਟ ਐਟਲੀਸਟ ਇਹ ਤਾਂ ਕੋਈ ਕਹੇਗਾ ਨਾ ਭਾਈ, ਹਾਂ ਮੇਰਾ ਨਾਮ ਛੋਟਾ ਐਸਾ ਇੱਥੇ, ਕਿ ਬਾਈ ਉਹ ਵੀ ਇੱਥੇ ਆ ਕੇ ਆਪਣਾ ਰਹਿੰਦਾ ਪਿਆ, ਉਹ ਕੋਈ ਭੁੱਖਾ ਤਾਂ ਨਹੀਂ ਸੌਂਦਾ। ਮੈਨੂੰ ਇੰਨਾ ਪਤਾ ਆਪਾਂ ਭੁੱਖੇ ਤਾਂ ਨਹੀਂ ਸੌਂਦੇ, ਬਿਲਕੁਲ ਇੰਨਾ ਪਤਾ ਕਿ ਮਹਾਰਾਜ ਨੇ ਸਾਰਾ ਕੁਝ ਦਿੱਤਾ। ਕਿਉਂਕਿ ਬਹੁਤਿਆਂ ਦੇ ਨਾ ਜੇ ਕਦੀ ਕੋਈ ਸੋਚਦਾ ਵੀ ਹੈ ਇਹ ਫੈਸਲਾ ਲੈਣ ਨੂੰ, ਤਾਂ ਬਹੁਤਿਆਂ ਦੇ ਮਨਾਂ ਦੇ ਵਿੱਚ ਇਹ ਵੀ ਚੀਜ਼ ਚੱਲਦੀ ਰਹਿੰਦੀ ਹੁੰਦੀ ਹੈ ਕਿ ਉਹ ਫਲਾਣਾ ਕੀ ਕਹੂਗਾ, ਪਿੰਡ ਦੇ ਵਿੱਚ ਉਹ ਕੀ ਕਹੂਗਾ ਜੀ, ਉਹਨਾਂ ਦਾ ਮੁੰਡਾ ਦੇਖੋ ਵਾਪਸ ਆ ਗਿਆ, ਤਾਂ ਬੜੇ ਟੌਰ ਨਾਲ ਬੜੇ ਚਾਵਾਂ ਨਾਲ ਗਿਆ ਸੀਗਾ, ਦੇਖੋ ਜੀ ਹੁਣ ਵਾਪਸ ਆ ਕੇ ਇੱਥੇ ਪਿੰਡ ਦੇ ਵਿੱਚ ਬੈਠਾ। ਬਿਲਕੁਲ, ਆਪਾਂ ਵੀ ਜਦੋਂ ਗਏ ਸੀ ਇਹ ਇੱਕ ਚੀਜ਼ ਬੜੀ ਸਟ੍ਰਾਈਕ ਕਰਦੀ ਹੈ। ਇਹ ਭਾਜੀ ਹੈਗੀ ਚੀਜ਼, ਇਹ ਮੇਰੇ ਨਾਲ ਵੀ ਹੋਈ ਹੈ।
ਮੈਂ ਜਦੋਂ ਉੱਥੇ ਡਿਸੀਜਨ ਲਿਆ ਆਪਾਂ ਤਾਂ ਮੈਂ ਆਪਣੇ ਹੁਣ ਕੰਮਾਂ ਤੇ ਆਪਾਂ ਗੱਲਾਂ ਬਾਤਾਂ ਕਰਦੇ ਹੀ ਆ ਆਪਸ ਸਾਰੇ, ਤੇ ਮੈਂ ਸਾਰਿਆਂ ਨੂੰ ਦੱਸਿਆ ਉੱਥੇ, ਮੈਂ ਕਿਹਾ ਬਾਈ ਮੈਂ ਨਾ ਟਿਕਟ ਬਣਾ ਲਈ 29 ਮਈ ਦੀ, ਤੇ ਮੈਂ ਪੱਕਾ ਹੀ ਇੰਗਲੈਂਡ ਨੂੰ ਛੱਡ ਕੇ ਚਲਾ ਜਾਣਾ, ਕਦੀ ਨਾ ਕਦੀ ਘੁੰਮਣ ਫਿਰਨ ਆਇਆ ਕਰਾਂਗੇ, ਜਿਵੇਂ ਮੇਰਾ ਪਰਿਵਾਰ ਇੱਥੇ ਰਹਿੰਦਾ ਹਨਾ, ਕਦੀ 6 ਮਹੀਨੇ ਸਾਲ 2 ਸਾਲ ਬਾਅਦ ਜਦੋਂ ਕੋਈ ਪ੍ਰੋਗਰਾਮ ਹੋਵੇਗਾ ਪਾਵਾਂਗੇ। ਤੇ ਮੈਂ ਕੰਮ ਤੇ ਵੀ ਦੱਸਿਆ, ਉਹ ਮੈਨੂੰ ਕਹਿੰਦੇ ਯਾਰ ਤੂੰ ਮੂਰਖ ਹੋ ਗਿਆ, ਜਨਤਾ 40-40 ਲੱਖ ਲਾ ਕੇ ਜਾਂਦੀ ਵੀ ਪੇਪਰ ਲੈਂਦੀ, ਪੇਪਰ ਨਹੀਂ ਹੈਗੇ ਲੋਕਾਂ ਦੇ ਇੰਗਲੈਂਡ ਦੇ, ਤੇਰੇ ਕੋਲ ਪੇਪਰ ਨੇ, ਤੂੰ ਕਿਉਂ ਛੱਡ ਕੇ ਚੱਲਿਆ। ਤੇ ਮਤਲਬ ਮੈਨੂੰ ਜ਼ੀਰੋ ਰਿਸਪੌਂਸ ਮਿਲਿਆ ਇਸ ਚੀਜ਼ ਲਈ ਵੀ, ਕਿ ਕਿਸੇ ਨੇ, ਮੈਨੂੰ ਲੱਗਦਾ ਨਹੀਂ ਕਿਸੇ ਬੰਦੇ ਨੇ ਵੀ ਕਿਹਾ ਹੋਵੇ ਕਿ ਹਾਂ ਬਾਈ ਜਾ ਤੂੰ ਕੋਈ ਨਾ। ਤਕਰੀਬਨ ਆਪਣੇ ਪਰਿਵਾਰ ਤੋਂ ਇਲਾਵਾ ਤਕਰੀਬਨ ਸਾਰਿਆਂ ਨੇ ਇਹੀ ਕਿਹਾ ਕਿ ਯਾਰ ਨਹੀਂ ਜਾਣ ਦਾ ਫਾਇਦਾ, ਉੱਥੇ ਹਾਲਾਤ ਮਾੜੇ ਨੇ, ਹਾਲਾਤ ਸੁਖਾਲੇ ਨਹੀਂ ਹੈਗੇ, ਲਾਅ ਐਂਡ ਆਰਡਰ ਇਹ ਨਹੀਂ ਹੈਗਾ, ਉਹ ਨਹੀਂ ਹੈਗਾ। ਪਰ ਠੀਕ ਹੈ, ਚਲੋ ਇਹ ਵੀ ਸਮੱਸਿਆਵਾਂ ਹੈਗੀਆਂ ਨੇ। ਮੈਂ ਇਹ ਵੀ ਜ਼ਿਕਰ ਕਰਨਾ ਹੀ ਸੀਗਾ, ਤੁਸੀਂ ਗੱਲ ਛੇੜ ਦਿੱਤੀ ਲਾਅ ਐਂਡ ਆਰਡਰ ਦੀ। ਹਾਂਜੀ, ਬਹੁਤੇ ਮਾਪੇ ਜਿਹੜੇ ਇਸ ਵੇਲੇ ਇੱਥੇ ਪੰਜਾਬ ਬੈਠੇ ਹੋਏ ਨੇ ਉਹ ਇਹੀ ਸੋਚਦੇ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਨਹੀਂ ਹੈਗਾ। ਤੁਹਾਡੇ ਤਾਂ ਫੈਮਿਲੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬੇਬੀ ਉੱਥੇ ਹੀ ਬੌਰਨ ਹੋਇਆ, ਤਾਂ ਕੀ ਇਹ ਮਾਈਂਡ ਦੇ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ ਕਿ ਮੈਂ ਇੱਕ ਅੱਛਾ ਫਿਊਚਰ ਦੇਣ ਦੇ ਲਈ ਹੀ ਬਾਹਰ ਰੁਕ ਜਾਵਾਂ? ਇਹ ਫਿਰ ਪਲਾਨ ਕਿਵੇਂ ਬਣਾਇਆ ਕਿ ਜੇ ਪੰਜਾਬ ਜਾਊਂਗਾ ਤਾਂ ਕਿਵੇਂ ਬੱਚੇ ਦਾ ਫਿਊਚਰ ਕੀ ਰਹੂਗਾ ਉੱਥੇ? ਕਿਉਂਕਿ ਬਹੁਤ ਸਾਰੇ ਸਵਾਲ ਪੰਜਾਬ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਖੜੇ ਹੁੰਦੇ ਨੇ ਕਿ ਇੱਥੇ ਬੱਚਿਆਂ ਦਾ ਫਿਊਚਰ ਕੋਈ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ। ਅਸਲ 'ਚ ਭਾਜੀ ਇਹ ਚੀਜ਼ਾਂ ਨਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਪਿੰਡ 'ਚ ਹੀ ਜੰਮੇ ਪਲੇ ਹਾਂ, ਤੇ ਜਿਵੇਂ ਅਸੀਂ, ਮੈਨੂੰ ਲੱਗਦਾ ਜ਼ਿਆਦਾ ਆਪਾਂ ਹਾਲਾਤ ਪੰਜਾਬ ਦੇ ਮਾੜੇ ਦੇਖੇ ਹੋਏ ਨੇ। ਉਹ ਇਸ ਤਰ੍ਹਾਂ ਕਿ ਜਦੋਂ ਨਸ਼ੇ ਦਾ ਪੂਰੀ ਦੌਰ ਸੀ ਹਨਾ, ਜਦੋਂ ਉੜਤਾ ਪੰਜਾਬ ਫਿਲਮ ਬਣੀ ਜੀ ਹਨਾ, ਉਦੋਂ ਇੱਕ ਵਾਰੀ ਪੂਰੀ ਨਸ਼ੇ ਦੀ ਪੂਰੀ ਚੜ੍ਹਾਈ ਸੀ ਪੰਜਾਬ ਦੇ ਵਿੱਚ। ਔਰ ਇਹ ਤਾਂ ਖਾਸ ਤੌਰ ਤੇ ਖਾਸ ਕਰਕੇ ਸਾਡੀ ਬੈਲਟ ਹੈਗੀ। ਬਿਲਕੁਲ ਸਾਡੇ ਇਲਾਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ, ਪਰ ਆਪਾਂ ਇੱਥੇ ਜੰਮੇ ਪਲੇ ਆ, ਔਰ ਕਿਤੇ ਨਾ ਕਿਤੇ ਸਾਡੇ ਤੇ ਉਹ ਚੀਜ਼ਾਂ ਬੇਅਸਰ ਰਹੀਆਂ ਨੇ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਕਿਤੇ ਨਾ ਕਿਤੇ ਬੰਦੇ ਤੇ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਚੀਜ਼ ਤੋਂ ਕਿਵੇਂ ਬਚਣਾ ਹਨਾ, ਚਾਹੇ ਉਹ ਗੈਂਗਸਟਰ ਹੋ ਗਏ, ਚਾਹੇ ਨਸ਼ਾ ਹੋ ਗਿਆ, ਇਹ ਸਾਰੀਆਂ ਸਮੱਸਿਆਵਾਂ ਹੋ ਗਈਆਂ। ਹਾਲਾਂਕਿ ਨਸ਼ਾ ਤਾਂ ਬਾਹਰਲੀ ਕੰਟਰੀਆਂ ਉੱਥੇ ਜ਼ਿਆਦਾ ਬਿਲਕੁਲ। ਆਪਾਂ ਐਮਸਟਰਡਮ ਘੁੰਮਣ ਗਏ ਸੀ, ਉੱਥੇ ਸ਼ਰਮ ਨਸ਼ਾ ਵਿਕਦਾ, ਹੁਣ ਤਾਂ ਕੈਨੇਡਾ ਉਹਨਾਂ ਨੇ ਲੀਗਲ ਕਰ ਦਿੱਤਾ। ਲੀਗਲ ਹੈ, ਹਾਂਜੀ ਹਾਂ ਬਿਲਕੁਲ। ਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਇਹਨਾਂ ਨੂੰ ਦੇਖਦੇ ਹੋ ਹਨਾ। ਤੇ ਆਪਾਂ ਇੱਥੇ ਜੰਮੇ ਪਲੇ, ਆਪਾਂ ਵਧੀਆ ਪੜ੍ਹਾਈਆਂ ਕੀਤੀਆਂ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਸਾਡੇ ਮਾਂ-ਪਿਓ ਨੇ ਥੋੜ੍ਹੀ ਬਹੁਤੀ ਖੇਤੀ ਹੋਣ ਦੇ ਬਾਵਜੂਦ ਵੀ ਸਾਨੂੰ ਵਧੀਆ ਯੂਨੀਵਰਸਿਟੀ ਕਾਲਜਸ ਵਿੱਚ ਭੇਜਿਆ ਹਨਾ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ। ਤੇ ਜੇ ਉਹਨਾਂ ਨੇ ਇੰਨਾ ਕੁਛ ਕੀਤਾ ਤੇ ਆਪਾਂ ਤਾਂ ਪੜ੍ਹ ਲਿਖ ਗਏ ਆ। ਮੇਰੇ ਫਾਦਰ ਸਾਹਿਬ ਮਦਰ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਹਨਾ, ਪਰ ਫਿਰ ਵੀ ਉਹਨਾਂ ਨੇ ਮਿਹਨਤ ਇੰਨੀ ਕੀਤੀ ਕਿ ਉਹਨਾਂ ਨੇ ਵਾਕਈ ਸਾਨੂੰ ਪੜ੍ਹਾਇਆ, ਤੇ ਫਿਰ ਆਪਾਂ ਤਾਂ ਪੜ੍ਹੇ ਲਿਖੇ ਆ, ਥੋੜਾ ਸੋਚ ਸਮਝ ਸਾਰਾ ਕੁਝ ਰੱਖਦੇ ਆ, ਤੇ ਮੈਨੂੰ ਲੱਗਦਾ ਆਪਾਂ ਵੀ ਆਪਣੇ ਬੱਚਿਆਂ ਨੂੰ ਪੜ੍ਹਾਈ ਲਵਾਂਗੇ। ਔਰ ਇਸ ਡਿਸੀਜਨ ਦੇ ਵਿੱਚ ਲਾਈਫ ਪਾਰਟਨਰ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਹਨਾ, ਉਹਦੇ ਸਪੋਰਟ ਦੇ ਨਾਲ ਹੀ ਸ਼ਾਇਦ ਇਹ ਫੈਸਲੇ ਲਿੱਤੇ ਜਾਂਦੇ ਨੇ, ਔਰ ਫੈਸਲੇ ਲੈਣ ਦੇ ਵਿੱਚ ਬੰਦਾ ਕਾਮਯਾਬ ਹੁੰਦਾ ਹੈ। ਹਾਂਜੀ, ਤੁਹਾਡੇ ਲਾਈਫ ਪਾਰਟਨਰ ਦਾ ਪੂਰਾ ਇਸ ਦੇ ਵਿੱਚ ਸਪੋਰਟ ਰਿਹਾ? ਉਹਨਾਂ ਦਾ ਕੀ ਕਹਿਣਾ ਸੀਗਾ ਜਦੋਂ ਤੁਸੀਂ ਕਿਹਾ ਕਿ ਆਪਾਂ ਹੁਣ ਪੰਜਾਬ ਵਾਪਸ ਚਲੇ ਜਾਣਾ ਹੈ? ਕਿਉਂਕਿ ਬਹੁਤਿਆਂ ਨੂੰ ਵੀ ਇਹ ਵੀ ਹੁੰਦਾ ਕਿ ਪੰਜਾਬ ਜਾ ਕੇ ਫਿਰ ਉਹੀ ਲਾਈਫ ਹੋਊਗੀ, ਉਹੀ ਸਾਰਾ ਸਿਸਟਮ ਹੋਊਗਾ, ਤਾਂ ਕੀ ਤੁਹਾਡਾ ਰਿਸਪੌਂਸ ਸੀਗਾ? ਅਸਲ 'ਚ ਭਾਜੀ ਮੇਰੇ ਨਾਲ ਮੇਰੀ ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਮੇਰੇ ਲਾਈਫ ਪਾਰਟਨਰ ਨੇ ਮੇਰੇ ਨਾਲ ਇਹੀ ਵੇਖ ਕੇ ਵਿਆਹ ਕੀਤਾ ਸੀ ਕਿ ਮੈਂ ਇੰਡੀਆ ਰਹਿਣਾ ਹਾਂ। ਅੱਛਾ, ਕਿਉਂਕਿ ਨਹੀਂ ਤਾਂ ਮੋਸਟਲੀ ਕੁੜੀਆਂ ਇਹੀ ਦੇਖ ਕੇ ਵਿਆਹ ਕਰਦੀਆਂ ਕਿ ਮੁੰਡਾ ਬਾਹਰ ਹੈ ਹਨਾ, ਖਾਸ ਕਰਕੇ ਇੱਧਰ ਆਪਣੇ ਏਰੀਏ 'ਚ, ਕਿ ਜੇ ਮੁੰਡਾ ਬਾਹਰ ਹੈ ਤਾਂ ਹੀ ਵਿਆਹ ਕਰਦੀਆਂ, ਚਾਹੇ ਮੁੰਡੇ ਕੋਲ 50 ਕਿੱਲੇ ਜ਼ਮੀਨ ਹੋਵੇ, ਜੇ ਮੁੰਡਾ ਬਾਹਰ ਨਹੀਂ ਹੈਗਾ ਤਾਂ ਜ਼ੀਰੋ ਉਹਨਾਂ ਲਈ। ਪਰ ਮੇਰੀ ਖੁਸ਼ਕਿਸਮਤੀ ਇਹ ਸੀ ਕਿ ਉਹਨਾਂ ਨੇ ਮੇਰਾ ਇਹ ਦੇਖ ਕੇ ਵਿਆਹ ਕੀਤਾ ਕਿ ਮੁੰਡਾ ਇੱਥੇ ਇੰਡੀਆ ਆਪਣਾ, ਚਲੋ ਠੀਕ ਹੈ, ਆਪਣਾ ਦਾਲ ਫੁਲਕਾ ਵਧੀਆ ਚੱਲਦਾ ਪਿਆ। ਤੇ ਜਦੋਂ ਮੈਂ ਡਿਸੀਜਨ ਲਿਆ, ਚਲੋ ਥੋੜਾ ਬਹੁਤਾ ਉਹਨਾਂ ਦਾ ਵੀ ਦਿਲ ਲੱਗਿਆ ਹੋਇਆ ਸੀ ਇੰਗਲੈਂਡ, ਕਿਉਂਕਿ ਮੇਰੇ ਅੰਦਰ ਗੱਲਾਂ ਚੱਲਦੀਆਂ ਸੀ, ਉਹਨਾਂ ਨੂੰ ਤਾਂ ਪਤਾ ਨਹੀਂ ਸੀ। ਮੈਂ ਕਰਦਾ ਸੀ ਉਹਨਾਂ ਨਾਲ ਗੱਲ ਸ਼ੇਅਰ, ਪਰ ਕਿਤੇ ਨਾ ਕਿਤੇ ਜੋ ਤੁਹਾਡੇ ਅੰਦਰ ਚੱਲਦਾ ਪਿਆ ਉਹਨਾਂ ਨੂੰ ਤੁਸੀਂ ਹਨਾ ਇੰਨਾ ਨਹੀਂ ਐਕਸਪਲੇਨ ਕਰ ਸਕਦੇ। ਤੇ ਜਦੋਂ ਮੈਂ ਡਿਸੀਜਨ ਲਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਥੋੜਾ ਜਿਹਾ ਸਪੋਰਟ ਮੈਨੂੰ ਪ੍ਰੋਪਰ ਕੀਤੀ ਇਸ ਚੀਜ਼ ਲਈ ਕਿ ਹਾਂ ਆਪਾਂ ਕੋਈ ਗੱਲ ਨਹੀਂ, ਆਪਾਂ ਜਾਵਾਂਗੇ, ਕਿਉਂਕਿ ਉਹਨਾਂ ਦੇ ਪੇਰੈਂਟਸ ਵੀ ਇੱਥੇ ਨੇ, ਮੇਰੇ ਪੇਰੈਂਟਸ ਵੀ ਇੱਥੇ ਨੇ, ਤੇ ਫਿਰ ਕੁੱਲ ਮਿਲਾ ਕੇ ਇਹ ਹੋ ਜਾਂਦਾ ਕਿ ਤੁਸੀਂ ਆਪਣੇ ਰਹਿਣਾ ਤਾਂ ਹਨਾ, ਆਪਣੇ ਪੇਰੈਂਟਸ ਦੇ ਕੋਲ ਵੀ ਤੁਹਾਨੂੰ ਰਹਿਣਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ। ਫਿਰ ਉਹਨਾਂ ਨੇ ਮੇਰੀ ਸਪੋਰਟ ਪੂਰੀ ਕੀਤੀ ਸੀ। ਹੁਣ ਫਿਊਚਰ ਪਲਾਨਸ ਕੀ ਨੇ? ਇੱਥੇ ਰਹਿ ਕੇ ਕੀ ਕਰਨਾ ਹੈ? ਖੇਤੀ ਕਰਨੀ ਹੈ? ਕਿਵੇਂ ਆਪਣੀ ਲਾਈਫ ਅੱਗੇ ਬਤਾਉਣੀ ਹੈ? ਕੀ ਸੋਚਿਆ ਇੱਥੇ ਜ਼ਿੰਦਗੀ ਦੇ ਬਾਰੇ? ਹੁਣ ਭਾਜੀ ਮੇਰਾ ਫਿਊਚਰ ਪਲਾਨ ਇਹੀ ਹੈ ਕਿ ਇੱਕ ਤਾਂ ਜਿਵੇਂ ਖੇਤੀ ਨਾ, ਇੱਥੇ ਪੰਜਾਬ ਦੇ ਵਿੱਚ ਖੇਤੀ ਮਿਹਨਤ ਹੁੰਦਾ, ਕਿਉਂਕਿ ਮੈਂ ਬਾਹਰ ਕੰਮ ਕੀਤਾ ਤਾਂ ਉੱਥੇ ਹਰ ਬਿਜ਼ਨਸ ਹੀ ਲਾਹੇਵੰਦ ਹੈ, ਜਿਹੜਾ ਮਰਜ਼ੀ ਤੁਸੀਂ ਕਰ ਲਓ। ਜੇ ਕਿਸੇ ਦਾ ਗਰੋਸਰੀ ਸਟੋਰ ਹੈ ਉਹ ਵੀ ਪ੍ਰੋਫਿਟ ਦੇ ਵਿੱਚ, ਜੇ ਕਿਸੇ ਦੀ ਕੰਸਟਰਕਸ਼ਨ ਕੰਪਨੀ ਉਹ ਵੀ ਪ੍ਰੋਫਿਟ 'ਚ, ਜੇ ਕਿਸੇ ਦਾ ਕੋਈ ਵੀ ਬਿਜ਼ਨਸ 'ਚ ਨੌਕਰੀ ਕਰਦਾ ਉਹ ਵੀ ਪ੍ਰੋਫਿਟ ਦੇ ਵਿੱਚ। ਤੇ ਹੁਣ ਪੰਜਾਬ ਦੇ ਵਿੱਚ ਜਿਹੜਾ ਖੇਤੀ ਹੈ ਉਹ ਮਿਹਨਤ ਹੁੰਦਾ, ਤੁਹਾਨੂੰ ਵੀ ਪਤਾ। ਪਰ ਬਹੁਤੇ ਵੀ ਮੇਰਾ ਇਹ ਮੰਨਣਾ ਲਾਹੇਵੰਦ ਹੁੰਦਾ ਨਹੀਂ ਰਹੀ। ਐਗਜ਼ੈਕਟਲੀ, ਮੈਂ ਇਸ ਕਰਕੇ ਖੇਤੀ ਕਰਨਾ ਚਾਹੁੰਦਾ ਵਾਂ ਆਪ ਆਪਣੇ ਹੱਥੀਂ। ਮੈਂ ਦੇਖਣਾ ਚਾਹੁੰਦਾ ਵਾਂ ਕਿ ਆਪਾਂ ਇਹਨੂੰ ਲਾਹੇਵੰਦ ਕਿਵੇਂ ਬਣਾ ਸਕਦੇ। ਹੁਣ ਸਾਡੇ ਕੋਲ ਥੋੜੀ ਬਹੁਤ ਜ਼ਮੀਨ ਹੈਗੀ ਹੈ, ਥੋੜੀ ਬਹੁਤ ਹੋਰ ਵੀ ਆਪਾਂ ਕੋਸ਼ਿਸ਼ ਕਰਾਂਗੇ ਖਰੀਦਣ ਦੀ ਹਨਾ। ਤੇ
ਮੈਂ ਆਪ ਖੇਤੀ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਔਰ ਦੇਖਾਂਗਾ ਕਿ ਇਹਨੂੰ ਆਪਾਂ ਲਾਹੇਵੰਦ ਵਾਕਈ ਫਿਲਹਾਲ ਲਾਹੇਵੰਦ ਨਹੀਂ ਹੈਗਾ, ਕਿਉਂਕਿ ਆਪਾਂ ਆਲਰੇਡੀ ਕਰ ਰਹੇ ਹਾਂ। ਬਿਲਕੁਲ ਫਿਲਹਾਲ ਲਾਹੇਵੰਦ ਨਹੀਂ ਹੈਗਾ। ਜੇ ਤੁਸੀਂ ਠੇਕੇ ਤੇ ਲੈ ਕੇ ਖੇਤੀ ਕਰਦੇ ਹੋ ਤਾਂ ਜ਼ੀਰੋ ਪ੍ਰੋਫਿਟ, ਤੁਸੀਂ ਆਪਣਾ ਖਰਚਾ ਹੀ ਮਸਾਂ ਕੱਢਦੇ ਹੋ। ਜੇ ਤੁਹਾਡੇ ਕੋਲ ਆਪਣੀ ਜ਼ਮੀਨ ਹੈ, ਥੋੜਾ ਬਹੁਤ ਤੁਸੀਂ ਕਰ ਲੈਂਦੇ ਹੋ। ਡਾਇਵਰਸਿਟੀ ਵੀ ਬਹੁਤ ਆ ਗਈ ਹੈ, ਨਵੀਂ ਟੈਕਨੀਕਸ ਆ ਗਈਆਂ, ਲੋਕੀ ਵੱਖੋ-ਵੱਖ ਤਰੀਕੇ ਦੀਆਂ ਖੇਤੀ ਕਰਨੀ ਸ਼ੁਰੂ ਕਰ ਚੁੱਕੇ ਨੇ, ਬਾਗ ਲਾਣੇ ਸ਼ੁਰੂ ਕਰ ਦਿੱਤੇ ਨੇ, ਹਨਾ, ਸਬਜ਼ੀਆਂ ਦੀ ਖੇਤੀ, ਆਰਗੈਨਿਕ ਆਪਾਂ ਕਹਿ ਲਈਏ, ਡੇਅਰੀ ਫਾਰਮਿੰਗ, ਬਹੁਤ ਸਾਰੇ ਆਪਸ਼ਨਸ ਹੈਗੇ ਨੇ ਹੁਣ ਤਾਂ ਸਾਡੇ ਕੋਲ। ਤਾਂ ਤੁਸੀਂ ਕੋਈ ਸਪੈਸੀਫਿਕ ਆਪਸ਼ਨ ਸੋਚ ਰਹੇ ਹੋ ਕਿ ਇਸ ਦੇ ਵਿੱਚ ਹੀ ਅੱਗੇ ਮੈਂ? ਨਹੀਂ, ਇਸ ਤਰ੍ਹਾਂ ਦਾ ਫਿਲਹਾਲ ਮੈਂ ਕੋਈ ਪਲਾਨ ਤਾਂ ਨਹੀਂ ਕੀਤਾ, ਬਟ ਇਹ ਹੈ ਕਿ ਮੇਰਾ ਇਹੀ ਪਰਪਸ ਹੈ ਕਿ ਆਪਾਂ ਜੋ ਫਿਲਹਾਲ ਆਪਾਂ ਜੋ ਕਰ ਰਹੇ ਹਾਂ ਜੀ, ਉਹਦੇ ਵਿੱਚ ਹੀ ਫਿਲਹਾਲ ਆਪਾਂ ਝੋਨਾ ਤੇ ਕਣਕ ਲਗਾਉਂਦੇ ਹਾਂ ਆਪਣੇ ਇੱਧਰ, ਕਿਉਂਕਿ ਆਪਣੇ ਇੱਧਰ ਜ਼ਿਆਦਾ ਉਹ ਜਿਹੜੀਆਂ ਆਪਾਂ ਦੇਖਦੇ ਹਾਂ ਕਿ ਬਾਗਾਂ ਵਾਲੀ ਰਵਾਇਤੀ ਫਸਲਾਂ ਜ਼ਿਆਦਾ ਆਪਾਂ ਇੱਥੇ ਉਲਝੇ ਹੋਏ ਹਾਂ, ਜਾਂ ਆਪਣੇ ਜ਼ਿਆਦਾ ਡੇਅਰੀ ਫਾਰਮਿੰਗ ਦਾ ਕੰਮ ਫਿਲਹਾਲ। ਤੇ ਮੈਂ ਉਹੀ ਦੇਖਾਂਗਾ ਕਿ ਆਪਾਂ ਇੱਥੇ ਰਹਿ ਕੇ ਕੋਈ ਸਾਲ 2 ਸਾਲ ਦੇ ਵਿੱਚ ਆਪਾਂ ਖੇਤੀ ਨੂੰ ਲਾਹੇਵੰਦ ਕਿਵੇਂ ਬਣਾ ਸਕਦੇ ਹਾਂ, ਚਾਹੇ ਆਰਗੈਨਿਕ ਫਾਰਮਿੰਗ ਨੂੰ ਅਡਾਪਟ ਕਰਨਾ ਪਵੇ ਆਉਣ ਵਾਲੇ ਸਮੇਂ 'ਚ, ਚਾਹੇ ਉਹ ਜਿਵੇਂ ਤੁਸੀਂ ਇਹਦੀ ਗੱਲ ਕੀਤੀ ਹੈ ਬਾਗਬਾਨੀ ਦੀ, ਹਾਂਜੀ, ਉਹਦੇ ਲਈ ਉਹ ਦੇਖਾਂਗੇ ਆਪਾਂ। ਥੋੜਾ ਪਲੈਨਿੰਗ ਕਰਾਂਗੇ, ਆਪਣੇ ਜਿਹੜੇ ਇੱਥੇ ਸਿਆਣੇ ਬੰਦੇ ਸੂਝਵਾਨ ਨੇ ਆਪਣੇ ਲਿੰਕ ਦੇ ਵਿੱਚ ਨੇ, ਉਹਨਾਂ ਨਾਲ ਬੈਠ ਕੇ ਸਲਾਹ ਕਰਾਂਗੇ ਔਰ ਇਹਨੂੰ ਕੋਸ਼ਿਸ਼ ਕਰਾਂਗੇ ਕਿ ਖੇਤੀ ਨੂੰ ਇੱਕ ਆਪਾਂ ਲਾਹੇਵੰਦ ਬਣਾਈਏ, ਕਿਉਂਕਿ ਜਿਹੜੇ ਆਪਣੇ ਇੱਥੇ ਐਟਲੀਸਟ ਜਿਹੜੇ ਚੰਗੇ ਪਰਿਵਾਰ ਨੇ ਉਹ ਤਾਂ ਆਪਣੀ ਖੇਤੀ ਨੂੰ ਅਡਾਪਟ ਕਰ ਸਕਣ, ਹਨਾ। ਬਈ ਜਿੱਥੋਂ ਆਪਣੀ ਇੰਟਰਵਿਊ ਸ਼ੁਰੂ ਹੋਈ ਉੱਥੇ ਹੀ ਮੈਂ ਮੁੜ ਹੁਣ ਵਾਪਸ ਆਉਣਾ। ਮੂਸੇਵਾਲਾ ਦਾ ਜ਼ਿਕਰ ਤੁਸੀਂ ਕੀਤਾ ਸੀ ਕਿ 29 ਤਰੀਕ ਨੂੰ ਕਤਲ ਹੋ ਜਾਂਦਾ ਮੂਸੇਵਾਲੇ ਦਾ, ਤੁਸੀਂ ਉਹੀ ਤਰੀਕ ਚੁਣੀ, ਉਸੇ ਤਰੀਕ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਆ ਕੇ ਪੈਰ ਰੱਖਿਆ। ਹਾਂਜੀ, ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਉੱਥੇ ਲੋਕ ਕਿੰਨਾ ਕੁ ਚਿੰਤਤ ਹੈਗੇ ਨੇ ਵਿਦੇਸ਼ਾਂ ਦੇ ਵਿੱਚ, ਹਾਲਾਂਕਿ ਭਾਵੇਂ ਬੈਠੇ ਦੂਰ ਨੇ, ਪਰ ਉਹਨਾਂ ਦੀ ਨਬਜ਼ ਤਾਂ ਪੰਜਾਬ ਹੀ ਹੈ ਔਰ ਪੰਜਾਬ ਬਾਰੇ ਹੀ ਉਹ ਦੇਖਦੇ ਨੇ, ਪੜ੍ਹਦੇ ਨੇ, ਸੁਣਦੇ ਨੇ। ਕਿੰਨੀ ਚਿੰਤਾ ਉਹਨਾਂ ਨੂੰ ਪੰਜਾਬ ਦੀ ਰਹਿੰਦੀ ਹੈ ਜਦੋਂ ਇਹ ਫੈਕਟਰ ਉੱਥੇ ਹੋਇਆ, ਇਹ ਸੀਨ ਹੋਇਆ ਮੂਸੇਵਾਲੇ ਦਾ, ਤਾਂ ਉੱਥੇ ਲੋਕਾਂ ਦੇ ਉੱਤੇ ਕੀ ਅਸਰ ਪਿਆ, ਕੀ ਪ੍ਰਭਾਵ ਪਿਆ, ਕਿਉਂਕਿ 3rd ਜਨਰੇਸ਼ਨ ਕਾਫੀ ਜ਼ਿਆਦਾ ਇਫੈਕਟ ਹੋਈ ਹੈ ਇਸ ਦੇ ਨਾਲ। ਭਾਜੀ ਅਸਲ 'ਚ ਨਾ ਮੂਸੇਵਾਲੇ ਦਾ ਬਹੁਤ ਜ਼ਿਆਦਾ ਵੱਡਾ ਨਾਮ ਸੀ। ਆਪਾਂ ਜਦੋਂ ਵੀ ਗੱਲ ਕਰਦੇ ਆ ਨਾ ਮੂਸੇਵਾਲੇ ਦੀ, ਸਾਡੀਆਂ ਅੱਖਾਂ 'ਚੋਂ ਅਜੇ ਵੀ ਅਥਰੂ ਆ ਜਾਂਦੇ ਨੇ। ਪਤਾ ਨਹੀਂ ਕੀ ਚੱਕਰ ਹੈ, ਪਤਾ ਨਹੀਂ ਉਹਦੇ ਨਾਲ ਕੀ ਲੈਣਾ ਦੇਣਾ ਹੈ ਜਾਂ ਕੀ ਹਿਸਾਬ ਕਿਤਾਬ ਹੈ, ਇਹ ਰੱਬ ਜਾਣਦਾ, ਪਰ ਉਹਦਾ ਬਹੁਤ ਜ਼ਿਆਦਾ ਵੱਡਾ ਨਾਮ ਸੀ। ਆਪਾਂ ਨਾ 2 ਕੁ ਵੀਕਾਂ ਪਹਿਲਾਂ ਆਪਾਂ ਘੁੰਮਣ ਗਏ ਸੀ ਕਿਤੇ, ਲੰਡਨ ਹੀ ਗਏ ਸੀ, ਆਈ ਥਿੰਕ, ਹਾਂ ਲੰਡਨ ਗਏ ਸੀ। ਤਾਂ ਰਸਤੇ 'ਚ ਟ੍ਰੈਫਿਕ ਲੱਗ ਗਿਆ ਸੀ ਤੇ ਆਪਣੇ ਨਾਲ ਨਾ ਇੱਕ ਰੇਂਜ ਰੋਵਰ ਕਾਰ ਖੜੀ ਸੀ ਬਲੈਕ ਕਲਰ ਦੀ ਜੀ, ਤੇ ਉਹਦੇ 'ਚ ਇੱਕੋ ਹੀ ਬੰਦਾ ਬੈਠਾ ਸੀ, ਕਾਲਾ ਸੀਗਾ, ਬਲੈਕ, ਤੇ ਅਫਰੀਕਨ ਸੀਗਾ। ਉਹਨੇ ਫੁੱਲ ਆਵਾਜ਼ ਤੇ ਮੂਸੇਵਾਲੇ ਦੇ ਗਾਣੇ ਲਾਏ ਹੋਏ ਸੀ। ਅੱਛਾ। ਸੋ ਮਤਲਬ ਇਹੋ ਜਿਹੀਆਂ ਬੜੀਆਂ ਇਮੋਸ਼ਨਲ ਮੂਵਮੈਂਟਸ ਨੇ ਉੱਥੇ ਦੇਖਣ ਨੂੰ ਮਿਲਦੀਆਂ। ਇੱਥੇ ਤਾਂ ਚਲੋ ਹੈ ਹੀ, ਇੱਥੇ ਤਾਂ ਉਹਦਾ ਸਾਰਾ ਘਰ ਸੀ, ਪੰਜਾਬ ਉਹਦਾ ਪੂਰਾ ਘਰ ਸੀ, ਹਨਾ। ਇੱਥੇ ਤਾਂ ਉਹ ਹੈ ਹੀ ਸੀ ਮੂਸੇਵਾਲਾ, ਹਰ ਥਾਂ ਤੇ, ਹਰ ਮਿੱਟੀ ਦੇ ਕਣ ਦੇ ਵਿੱਚ ਮੂਸੇਵਾਲਾ ਵੜਿਆ ਹੋਇਆ। ਪਰ ਪੰਜਾਬ, ਉੱਥੇ ਬਾਹਰਲੇ ਦੇਸ਼ਾਂ ਵਿੱਚ ਵੀ ਮੂਸੇਵਾਲਾ ਮਤਲਬ ਇੰਨਾ ਜ਼ਿਆਦਾ, ਜਦੋਂ ਉਹਨਾਂ ਦੀ ਡੈਥ ਹੋਈ ਮੂਸੇਵਾਲੇ ਦੀ, ਤਾਂ ਆਪਾਂ ਜਦੋਂ ਸਾਈਟ ਤੇ ਪਹੁੰਚਣਾ ਤਾਂ ਸਿਕਿਉਰਿਟੀ ਗਾਰਡ ਜਿਹੜੇ ਹੁੰਦੇ ਨੇ, ਚਾਹੇ ਉਹ ਬਲੈਕ ਹੋਣ ਚਾਹੇ ਵਾਈਟ ਹੋਣ, ਜਿਹੜਾ ਵੀ ਹੋਵੇ, ਉਹਨਾਂ ਨੇ ਮਤਲਬ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਾਂ ਤੇ ਬੁਲਾਣਾ, ਹਨਾ। ਤੇ ਮਤਲਬ ਇਹ ਉੱਥੇ ਬਹੁਤ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਪਿਆ। ਪੰਜਾਬੀ ਡਾਇਸਪੋਰੇ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਇਫੈਕਟ ਪਿਆ। ਕਿਤੇ ਨਾ ਕਿਤੇ ਮੈਨੂੰ ਲੱਗਦਾ ਨਹੀਂ ਇਹ ਸਦਮੇ ਦੇ ਵਿੱਚ ਬਾਹਰ ਨਿਕਲ ਪਾਣਗੇ। ਈਵਨ ਕਿ ਉੱਥੇ ਦੇ ਪੋਲੀਟੀਸ਼ੀਅਨਸ ਦੀ ਵੀ ਆਪ ਗੱਲ ਕਰੀਏ, ਉਹਨਾਂ ਨੇ ਬੜਾ ਉਹਨੂੰ ਰੇਸ ਕੀਤਾ ਹੈ, ਬਹੁਤ ਜ਼ਿਆਦਾ ਰੇਸ ਕੀਤਾ। ਹਰਮਨ ਦੇਸੀ ਹੋਣ ਜਾਂ ਪ੍ਰੀਤ ਗਿੱਲ ਹੋਣੀ ਹੋਣ, ਬਿਲਕੁਲ, ਉਹਨਾਂ ਨੇ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮੁੱਦਾ ਬਣਾਇਆ, ਕਿਉਂਕਿ ਏਦਾਂ ਸ਼ਰੇਆਮ ਕਤਲ ਹੋ ਜਾਣਾ ਔਰ ਇੰਨੇ ਵੱਡੇ ਚੋਟੀ ਦੇ ਲੀਡਰ ਦਾ, ਕਿਉਂਕਿ ਨੌਜਵਾਨਾਂ ਲਈ ਮੈਨੂੰ ਲੱਗਦਾ ਵੱਡਾ ਲੀਡਰ ਸੀ ਉਹ। ਮੈਂ ਉਹਨੂੰ ਹਮੇਸ਼ਾ ਹੀ ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਵੇਖਦਾ ਸੀ। ਜਦੋਂ ਉਹਨੇ ਆ ਕੇ ਕੈਨੇਡਾ ਛੱਡਿਆ, ਫਿਰ ਉਸ ਤੋਂ ਬਾਅਦ ਪਿੰਡ ਹਵੇਲੀ ਬਣਾਈ ਤੇ ਆ ਕੇ 40-50 ਕਿੱਲੇ ਜ਼ਮੀਨ ਬਾਏ ਕੀਤੀ, ਫਿਰ ਆਪਣੇ ਪਿੰਡ ਦੇ ਵਿੱਚ ਆ ਕੇ ਸਰਪੰਚੀ ਦੀ ਚੋਣ ਲੜੀ, ਫਿਰ ਆ ਕੇ ਉਹਨਾਂ ਨੇ MLA ਦੀ ਚੋਣ ਲੜੀ। ਹਾਲਾਂਕਿ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਹੈਗਾ, ਬਿਲਕੁਲ, ਹਨਾ। ਰੇਂਜ ਰੋਵਰਾਂ ਉਹਦੇ ਘਰੇ ਖੜੀਆਂ ਹੋਈਆਂ ਸੀ ਤੇ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਹੈਗਾ, ਪਰ ਫਿਰ ਵੀ ਉਹਨੇ ਆ ਕੇ ਜ਼ਮੀਨ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ। ਤੇ ਉਹ ਵੱਡੀ ਗੱਲ ਸੀ ਕਿ ਪਿੰਡ 'ਚ ਹੀ ਰਹਿੰਦਾ ਸੀ। ਔਰ ਮੈਂ ਉਹਨੂੰ ਹਮੇਸ਼ਾ ਹੀ ਇਹ ਦੇਖਦਾ ਸੀ ਕਿ ਉਹ ਕਿਤੇ ਨਾ ਕਿਤੇ, ਜੇ ਕਿਤੇ 10-15 ਸਾਲ ਟਿਕ ਜਾਂਦਾ ਤਾਂ ਆਪਾਂ ਵਾਕਈ ਉਹਨੂੰ ਮਹਾਰਾਜਾ ਰਣਜੀਤ ਸਿੰਘ ਦੇ ਤੌਰ ਤੇ ਆਪਾਂ ਵੇਖ ਸਕਦੇ ਸੀ, ਉਹਨੂੰ ਲੀਡਰ, ਉੱਭਰਦਾ ਲੀਡਰ ਉਹਨੂੰ ਵੇਖ ਸਕਦੇ ਸੀ। ਬਹੁਤਿਆਂ ਦੇ ਉੱਤੇ ਅਸਰ ਵੀ ਪਾਇਆ ਹੈ, ਬਹੁਤ ਜ਼ਿਆਦਾ ਦੇਖ ਕੇ ਬਹੁਤ ਲੋਕੀ ਪ੍ਰਭਾਵਿਤ ਵੀ ਹੋਏ ਨੇ। ਹਾਂਜੀ, ਬਿਲਕੁਲ, ਬਹੁਤ ਜ਼ਿਆਦਾ ਅਸਰ ਪਿਆ ਇਹਨਾਂ ਸਾਰੀਆਂ ਚੀਜ਼ਾਂ ਦਾ। ਉਸ ਤੋਂ ਪਹਿਲਾਂ ਜਿਵੇਂ ਦੀਪ ਸਿੱਧੂ ਸੀ, ਚਲੋ ਆਪਾਂ ਜ਼ਿਆਦਾ ਕਿਸੇ ਨੂੰ ਜਾਣਦੇ ਤਾਂ ਨਹੀਂ, ਪਰ ਫਿਰ ਵੀ, ਹਨਾ, ਜਿੱਦਾਂ ਤੁਸੀਂ ਇੰਡਸਟਰੀ ਛੱਡ ਕੇ ਆਉਂਦੇ ਹੋ, ਆਪਣੇ ਗਰਾਊਂਡ ਤੇ ਆਉਂਦੇ ਹੋ, ਆ ਕੇ ਕੰਮ ਕਰਦੇ ਹੋ, ਕਿਤੇ ਨਾ ਕਿਤੇ ਤੁਹਾਨੂੰ ਖਿੱਚ ਹੁੰਦੀ ਤਾਂ ਹੀ ਉਹ ਕੰਮ ਕਰਦੇ ਹੋ। ਨਹੀਂ ਤੇ ਉਹਨਾਂ ਕੋਲ ਵੀ ਏਡੀ ਵੱਡੀਆਂ ਕਾਰਾਂ, ਮੁੰਬਈ ਦੇ ਵਿੱਚ ਫਲੈਟ ਤੇ ਇਹ ਸਾਰੀ ਚੀਜ਼ਾਂ, ਪੈਸੇ ਦੀ ਕੋਈ ਕਮੀ ਨਹੀਂ ਸੀ ਹੈਗੀ, ਤੇ ਪਰ ਫਿਰ ਵੀ ਉਹਨਾਂ ਨੇ ਆ ਕੇ ਆਪਣੇ ਪਿੰਡ ਦੇ ਵਿੱਚ ਆ ਕੰਮ ਕੀਤਾ। ਬਈ ਜਿਹੜੇ ਇਸ ਵੇਲੇ ਵਿਦੇਸ਼ਾਂ 'ਚ ਬੈਠੇ ਵੀ ਸੁਣ ਰਹੇ ਹੋਣਗੇ ਆਪਣੀ ਗੱਲਬਾਤ ਨੂੰ,
ਜਿਹੜੇ ਸਿਰਫ ਇਹੀ ਉਡੀਕ ਕਰ ਰਹੇ ਨੇ ਕਿ ਉਹ ਮੂਮੈਂਟ ਕਦੋਂ ਆਊਗਾ, ਕਦੋਂ ਉਹ ਕਲਿੱਕ ਵੱਜੂਗਾ ਕਿ ਅਸੀਂ ਤੁਹਾਡੇ ਵਾਲਾ ਫੈਸਲਾ ਲੈ ਸਕੀਏ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਿਰਫ ਉਡੀਕ ਹੀ ਇਸ ਗੱਲ ਦੀ ਕਰ ਰਹੇ ਨੇ ਕਿ ਕੋਈ ਨਾ ਕੋਈ ਸਬਬ ਬਣੇ ਔਰ ਅਸੀਂ ਵਾਪਸ ਪੰਜਾਬ ਜਾਈਏ, ਕਿਉਂਕਿ ਮੁੜਨੇ ਬਹੁਤ ਚਾਹੁੰਦੇ ਨੇ, ਬਹੁਤ ਲੋਕੀ ਬਹੁਤ ਜ਼ਿਆਦਾ ਹਾਂਜੀ ਆਉਣਾ ਚਾਹੁੰਦੇ ਨੇ, ਤਾਂ ਕੀ ਉਹਨਾਂ ਨੂੰ ਸੁਨੇਹਾ ਹੈ ਕਿ ਕਿਵੇਂ ਉਹ ਮੋਟੀਵੇਸ਼ਨ ਤੁਹਾਡੇ ਵਾਲੀ ਆਪਣੇ ਅੰਦਰ ਲੈ ਕੇ ਆ ਸਕਣ? ਇੱਕ ਚੀਜ਼ ਭਾਜੀ ਮੈਂ ਉੱਥੇ ਦੇਖੀ ਹੈ ਕਿ ਜਿਹੜਾ ਆਪਣਾ ਪੰਜਾਬੀ ਡਾਇਸਪੋਰਾ ਅੱਜ ਤੋਂ 15 ਸਾਲ ਪਹਿਲਾਂ ਗਿਆ ਸੀ ਨਾ, ਉਹ ਗਿਆ ਸੀ ਇਕੱਲਾ, ਤੇ ਉਹਨਾਂ ਦੀਆਂ ਫੈਮਲੀਆਂ ਇੱਥੇ ਸੀ, ਜਿਵੇਂ ਸਾਡੇ ਪੇਰੈਂਟਸ ਗਏ ਹਨਾ, ਜਾਂ ਹੋਰ ਸਾਡੇ ਰਿਸ਼ਤੇਦਾਰੀ 'ਚ ਗਏ, ਇਕੱਲੇ ਬੰਦੇ ਗਏ ਸੀ ਜੀ। ਪਰ ਹੁਣ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਵਿਦ ਫੈਮਲੀਜ਼ ਹੋ ਰਹੀ ਹੈ, ਇਹ ਬਹੁਤ ਹੀ ਜ਼ਿਆਦਾ ਖਤਰਨਾਕ ਚੀਜ਼ ਹੈ, ਕਿਉਂਕਿ ਤੁਸੀਂ ਜਦੋਂ ਫੈਮਲੀ ਨਾਲ ਜਾਂਦੇ ਹੋ ਤਾਂ ਤੁਹਾਡੀ ਤਨਖਾਹ ਜਿੰਨੀ ਮਰਜ਼ੀ ਹੋ ਜੇ, ਤੁਹਾਨੂੰ ਸਰਵਾਈਵ ਕਰਨਾ ਕਿਤੇ ਨਾ ਕਿਤੇ ਔਖਾ ਹੁੰਦਾ ਹੈ ਹਨਾ ਉੱਥੇ ਜਾ ਕੇ। ਤੇ ਜਦੋਂ ਤੁਸੀਂ ਫੈਮਿਲੀ ਨਾਲ ਜਾ ਕੇ ਉੱਥੇ ਸਿਰਫ ਸਰਵਾਈਵ ਕਰਨਾ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਉੱਥੇ ਰਹਿਣ ਦਾ ਕੋਈ ਜ਼ਿਆਦਾ ਤੁਹਾਨੂੰ ਫਾਇਦਾ। ਮੈਂ ਇਹੀ ਕਹਿਣਾ ਕਿ ਜਿਹੜਾ ਵੀ ਜਿਹਨੂੰ ਵੀ ਥੋੜਾ ਲੱਗਦਾ ਹੈ ਕਿ ਮੈਂ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਮੇਰੇ ਸੁਖਾਲੇ ਇੱਥੇ ਸਿਸਟਮ ਬਣ ਸਕਦਾ ਹੈ, ਮੈਂ ਵਧੀਆ ਦਾਲ ਫੁਲਕਾ ਮੇਰਾ ਚੱਲ ਸਕਦਾ ਹੈ, ਜੇ ਆਪਾਂ ਮੰਨ ਕੇ ਚੱਲੀਏ ਜਿਹਨੂੰ 1 ਲੱਖ ਰੁਪਇਆ ਹੱਥ ਪੈਂਦਾ ਮਹੀਨੇ ਦਾ, ਮੈਂ ਕਹਿੰਦਾ ਘੱਟ ਵੀ ਪੈਂਦਾ ਹੋਵੇ, ਚਾਹੇ ਘੱਟ ਵੀ ਪੈਂਦਾ ਹੋਵੇ, ਜੇ ਤੁਸੀਂ ਇਹਨੂੰ ਬਾਹਰ ਦੇ ਕੰਪੈਰੀਜ਼ਨ ਨਾਲ ਦੇਖੋ ਨਾ, ਕਿ ਜਿਹੜਾ ਬੰਦਾ ਫੈਮਿਲੀ ਲੈ ਕੇ ਬਾਹਰ ਰਹਿ ਰਿਹਾ, ਜਿਹਦੇ ਕੋਲ ਘਰ ਰੈਂਟ ਤੇ, ਉਹਦੇ ਕੋਲ ਕਾਰ ਦੀ ਇੰਸ਼ੋਰੈਂਸ, ਕਾਰ ਰੈਂਟ, ਕਾਰ ਦਾ ਪੇ ਕਰਨਾ ਪੈਂਦਾ, ਹਰ ਚੀਜ਼ ਦਾ ਤੁਹਾਨੂੰ ਪੇ ਕਰਨਾ ਪੈਂਦਾ, ਗਰੋਸਰੀ ਮਹਿੰਗੀ ਹੋ ਗਈ ਪਹਿਲਾਂ ਨਾਲੋਂ, ਹਰ ਚੀਜ਼ ਉੱਥੇ ਐਕਸਪੈਂਸਿਵ ਹੋ ਗਈ, ਤੇ ਉਹਦੇ ਬੱਚੇ ਨੇ, ਉਹਨਾਂ ਦੇ ਖਰਚੇ ਅਲੱਗ ਨੇ, ਉਹਦੀ ਵਾਈਫ ਹੈ, ਉਹਦੇ ਖਰਚੇ ਅਲੱਗ ਨੇ, ਤੁਸੀਂ ਵਾਈਫ ਨੂੰ ਫੁੱਲ ਟਾਈਮ ਕੰਮ ਨਹੀਂ ਕਰਵਾ ਸਕਦੇ ਕਿਉਂਕਿ ਤੁਹਾਡੇ ਬੱਚੇ ਨੇ, ਛੋਟੇ ਬੱਚੇ ਨੇ ਹਨਾ, ਜੇ ਤੁਸੀਂ ਕੇਅਰ ਟੇਕਰ ਰੱਖਦੇ ਹੋ ਤਾਂ ਉਹਦੇ ਐਕਸਪੈਂਸਿਸ ਅਲੱਗ ਨੇ। ਸੋ ਮੁੱਕਦੀ ਗੱਲ ਇਹੀ ਹੈ ਕਿ ਤੁਸੀਂ ਲੱਖ ਰੁਪਈਆ, ਜਿਵੇਂ ਤੁਸੀਂ ਦੱਸਿਆ, ਬਹੁਤ ਜ਼ਿਆਦਾ ਵੱਡੀ ਅਮਾਊਂਟ ਹੈ ਉੱਥੇ ਬਚਾਉਣਾ ਫੈਮਿਲੀ ਦੇ ਨਾਲ, ਤੇ ਮੈਂ ਕਹਿੰਦਾ ਜੇ ਤੇ ਘੱਟ ਵੀ ਇੱਥੇ ਬਣਦੇ ਹੋਣ, ਉਹਨੂੰ ਵੀ ਇੱਥੇ ਹੀ ਰਹਿਣਾ ਚਾਹੀਦਾ, ਕਿਉਂਕਿ ਇੱਥੇ ਆਪਣੇ ਕਿਤੇ ਨਾ ਕਿਤੇ ਖਰਚੇ ਫਿਰ ਵੀ ਆਪਣੇ ਸੀਮਤ ਨੇ ਜੀ। ਉਹ ਸਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਾਰ ਵੱਡੀ ਲੈਣੀ ਕਿ ਛੋਟੀ ਲੈਣੀ ਹਨਾ, ਉਹ ਤੁਸੀਂ ਆਪ ਹੱਥ ਪਾਣਾ ਕਿ ਤੁਸੀਂ 20 ਲੱਖ ਦੀ ਕਾਰ ਲੈਣੀ ਹੈ 7 ਲੱਖ ਦੀ। ਵੱਡੀ ਗੱਲ ਹੈ ਪਰਿਵਾਰ ਇੱਥੇ ਸਭ ਤੋਂ ਵੱਡੀ ਗੱਲ, ਪਰਿਵਾਰ ਇੱਥੇ, ਰਿਸ਼ਤੇਦਾਰ ਇੱਥੇ, ਤੁਸੀਂ ਆਪਣੇ ਇੱਥੇ ਰਹਿ ਕੇ ਆਪਣੇ ਪਰਿਵਾਰ ਲਈ ਕੰਮ ਕਰੋ, ਸਾਰਾ ਮਤਲਬ ਕਰ ਸਕਦੇ ਹੋ। ਔਰ ਜਿਹੜੇ ਆਪਣੇ ਸਿੰਗਲ ਨੇ ਉੱਥੇ ਮੁੰਡੇ ਗਏ ਨੇ ਉੱਥੇ, ਔਰ ਉਹਨਾਂ ਦੇ ਕਿਤੇ ਨਾ ਕਿਤੇ ਹੈਗੀ ਇਹ ਚੀਜ਼, ਉਹ ਵਾਕਈ ਕਮਾਈਆਂ ਕਰਦੇ ਪਏ ਨੇ, ਉਹਨਾਂ ਨੂੰ ਕਰਨੀਆਂ ਵੀ ਚਾਹੀਦੀਆਂ, ਜੀ ਸਦਕੇ ਕਰਨੀਆਂ ਚਾਹੀਦੀਆਂ। ਔਰ ਜਿਹੜੀ ਕਮਾਈ ਕਰਦੇ ਪਏ ਨੇ, ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਮੇਜਰ ਪੋਰਸ਼ਨ ਉਹਨਾਂ ਨੂੰ ਪੰਜਾਬ 'ਚ ਭੇਜਣਾ ਚਾਹੀਦਾ, ਸੇਵਿੰਗ ਇੱਥੇ, ਕਿਉਂਕਿ ਜਿਹੜੇ ਸਾਡੇ ਪੇਰੈਂਟਸ ਸੀਗੇ ਜਦੋਂ ਇਹ ਗਏ ਸੀ, ਇਹਨਾਂ ਨੇ ਸਾਰੀ ਦੀ ਸਾਰੀ ਸੇਵਿੰਗ ਆਪਣੀ ਵਾਪਸ ਭੇਜੀ, ਪਰ ਹੁਣ ਵਾਲੀ ਜਨਰੇਸ਼ਨ ਕਿਤੇ ਨਾ ਕਿਤੇ ਇਸ ਚੀਜ਼ ਤੋਂ ਉਹ ਦੂਰ ਹੁੰਦੀ ਜਾ ਰਹੀ ਹੈ। ਇਨਵੈਸਟਮੈਂਟ ਉਹਨਾਂ ਨੇ ਘਰ ਲੈ ਲਏ, ਗੱਡੀਆਂ ਵੱਡੀਆਂ ਲੈ ਲਈਆਂ, ਉੱਥੇ ਜਾ ਕੇ ਹਮ ਨਾ ਆਪਣੇ, ਉਹੀ ਮੈਂ ਵੀ ਆਪਣੇ ਬ੍ਰਦਰ ਨਾਲ ਗੱਲ ਕਰਦਾ ਰਹਿਣਾ ਕਿ ਆਪਾਂ ਆਪਣੀ ਜਦੋਂ ਇੱਥੇ ਤਨਖਾਹ ਜ਼ਿਆਦਾ ਹੁੰਦੀ ਹੈ ਤਾਂ ਆਪਣੀ ਗੱਡੀ ਦਾ ਸਾਈਜ਼ ਵੱਡਾ ਹੁੰਦਾ, ਆਪਣੇ ਘਰ ਦਾ ਸਾਈਜ਼ ਵੱਡਾ ਹੁੰਦਾ, ਆਪਾਂ ਪਿਛਾਂ ਕੁਛ ਨਹੀਂ ਭੇਜ ਰਹੇ, ਤੇ ਫਿਰ ਫਾਇਦਾ ਕਿੱਥੇ ਰਹਿਣ ਦਾ, ਤੇ ਫਿਰ ਆਪਾਂ ਨੂੰ ਵਾਪਸੀ ਕਰਨ 'ਚ ਹੀ ਫਾਇਦਾ ਹੈ। ਐਟਲੀਸਟ ਆਪਣੇ ਮਨ ਨੂੰ ਤਸੱਲੀ ਤਾਂ ਰਵੇਗੀ ਹਨਾ, ਬੇਫਿਕਰੇ ਹੋ ਕੇ ਜ਼ਿੰਦਗੀ ਤਾਂ ਜਿਉ ਸਕਦੇ ਆ। ਸੈਟੀਸਫਾਈਡ ਹੋ ਹੁਣ ਤੁਸੀਂ? ਹਾਂਜੀ ਮੈਂ ਸੈਟੀਸਫਾਈਡ ਹਾਂ ਬਾਈ, ਸੰਤੁਸ਼ਟੀ ਮਿਲ ਗਈ ਇੱਥੇ? ਸੰਤੁਸ਼ਟੀ ਮਿਲ ਗਈ ਬਿਲਕੁਲ, 2 ਦਿਨ ਹੋ ਗਏ ਪੂਰਾ ਨਜ਼ਾਰੇ ਨਾਲ ਨੀਂਦ ਪੂਰੀ ਆਈ, ਤੇ ਹੁਣ ਆਪਣੇ ਕੰਮ ਕਾਰ ਸ਼ੁਰੂ ਕਰਾਂਗੇ ਜੋ ਵੀ ਅੱਗੇ ਦੇ ਨੇ, ਤੇ ਥੋੜਾ ਬਹੁਤਾ ਸੈੱਟ ਕਰਕੇ ਮਾਹੌਲ ਫਿਰ ਨਾਰਮਲ ਹੈ ਲਾਈਫ। ਹਾਂਜੀ ਬਾਈ, ਧੰਨਵਾਦ ਬਹੁਤ ਗੱਲਬਾਤ ਦੇ ਲਈ। ਥੈਂਕ ਯੂ ਭਾਈ। ਤਾਂ ਬਾਈ ਸੁਖਵਿੰਦਰ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਹੋਈਆਂ, ਕਿਵੇਂ ਵਿਦੇਸ਼ ਜਾਂਦੇ ਨੇ ਔਰ ਕਿਵੇਂ ਫਿਰ ਫੈਸਲਾ ਵਾਪਸ ਪਿੰਡ ਪਰਤਣ ਦਾ ਕਰਦੇ ਨੇ, ਆਪਣੀ ਜ਼ਿੰਦਗੀ ਦੇ ਉਹਨਾਂ ਨੇ ਕਿੱਸੇ ਸਾਂਝੇ ਕੀਤੇ ਨੇ। ਤੁਸੀਂ ਇਸ ਇੰਟਰਵਿਊ ਤੋਂ ਕੀ ਕੁਝ ਸਿੱਖਿਆ, ਉਹ ਤੁਸੀਂ ਕੁਝ ਆਪਣੀਆਂ ਸੁਝਾਅ, ਆਪਣੀ ਗੱਲਾਂ ਬਾਤਾਂ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝੇ ਕਰ ਸਕਦੇ ਹੋ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।